ਯਿਸੂ ਮਸੀਹ ਦੇ ਕਾਦਰ ਜਲਾਲੀ ਫਤਿਹਮੰਦ ਤੇ ਅਜ਼ੀਮ ਨਾਂ 'ਚ ਸਾਰੇ ਭੈਣਾਂ ਨੂੰ, ਭਰਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਬਹੁਤ ਬਹੁਤ ਸਲਾਮ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ। ਖੁਦਾ ਤੁਹਾਨੂੰ ਸਾਰਿਆਂ ਨੂੰ ਸਲਾਮਤੀ ਬਖਸ਼ੇ। ਅਸੀਂ ਸ਼ੁਕਰਗੁਜ਼ਾਰ ਹਾਂ ਕਿ ਖੁਦਾਵੰਦ ਯਿਸੂ ਮਸੀਹ ਦੇ ਮੂੰਹ 'ਚ ਨਿਕਲੇ ਹੋਏ 7 ਸਲੀਬੀ ਕਲਮਾਤ, 7 ਸ਼ਬਦ, 7 ਅਲਫਾਜ਼ ਜਿਹੜੇ ਯਿਸੂ ਮਸੀਹ ਨੇ ਆਪਣੀ ਜ਼ੁਬਾਨ ਮੁਬਾਰਕ 'ਚੋਂ ਆਖੇ, ਅਸੀਂ ਉਹ ਸਿੱਖਣ ਡਏ ਹਾਂ। ਅਸੀਂ ਤਾਲਿਬ ਇਲਮ ਹਾਂ ਤੇ ਖੁਦਾ ਨੇ ਸਾਨੂੰ ਇਹ ਤੌਫੀਕ ਦਿੱਤੀ ਹੈ ਕਿ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸਿੱਖ ਸਕੀਏ। ਯਿਸੂ ਮਸੀਹ ਆਪਣੀ ਜ਼ਮੀਨੀ ਜ਼ਿੰਦਗੀ ਦੇ ਵਿੱਚ ਆਪਣੇ ਸ਼ਾਗਿਰਦਾਂ ਨੂੰ ਹਮੇਸ਼ਾ ਸਿਖਾਉਂਦੇ ਰਹੇ ਤੇ ਦੱਸਦੇ ਰਹੇ। ਅੱਜ ਸਾਨੂੰ ਵੀ ਜ਼ਰੂਰਤ ਹੈ ਕਿ ਅਸੀਂ ਅਗਰ ਯਿਸੂ ਮਸੀਹ ਦੇ ਸ਼ਾਗਿਰਦ ਹਾਂ ਤੇ ਅਸੀਂ ਵੀ ਕਲਾਮ ਨੂੰ ਜ਼ਰੂਰ ਸਿੱਖਣ ਦੀ ਕੋਸ਼ਿਸ਼ ਕਰੀਏ। ਤੇ ਅੱਜ ਯਿਸੂ ਮਸੀਹ ਦੇ ਜ਼ੁਬਾਨ ਮੁਬਾਰਕ ਵਿੱਚੋਂ ਨਿਕਲਿਆ ਆਇਆ ਪੰਜਵਾਂ ਕਲਮਾ, ਅੱਜ ਇਹਦੇ ਤੇ ਅਸੀਂ ਗੌਰ ਖੌਸ ਕਰਾਂਗੇ ਤੇ ਥੋੜੇ ਵਕਤ ਵਿੱਚ ਜ਼ਰੂਰ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਤੁਸੀਂ ਕਲਾਮ ਮੁਕੱਦਸ ਨੂੰ ਖੋਲੋ ਤੇ ਯੂਹੰਨਾ ਦੀ ਅੰਜੀਲ ਦੇ ਵਿੱਚੋਂ ਅਸੀਂ ਇੱਕ ਹਵਾਲਾ ਪੜ੍ਹਨਾ ਚਾਹਾਂਗੇ। ਉਹਦਾ 19ਵਾਂ ਬਾਬ ਹੈ ਤੇ ਉਹਦੀ 28, 29 ਤੇ 30 ਆਇਤ ਕਲਾਮ ਮੁਕੱਦਸ ਦੇ ਵਿੱਚੋਂ ਪੜ੍ਹੀ ਜਾਏਗੀ। ਇਹਦੇ ਵਿੱਚ ਲਿਖਿਆ ਹੈ ਕਿ ਇਸ ਤੋਂ ਬਾਅਦ ਯਿਸੂ ਨੇ ਜਾਣ ਲਿਆ ਕਿ ਹੁਣ ਸਭ ਕੁਝ ਤਮਾਮ ਹੋਇਆ ਤਾਂ ਕਿ ਉਹ ਨਵਿਸ਼ਤਾ ਪੂਰਾ ਹੋਵੇ ਕਿ ਮੈਂ ਪਿਆਸਾ ਹਾਂ। ਉੱਥੇ ਸਿਰਕੇ ਤੋਂ ਭਰਿਆ ਹੋਇਆ ਇੱਕ ਭਾਂਡਾ ਸੀ ਜਿਹਦੇ ਵਿੱਚ ਉਹਨਾਂ ਨੇ ਸਿਰਕੇ 'ਚ ਭਗੋਏ ਹੋਏ ਸਪੰਜ ਨੂੰ ਰੂਫ ਦੀ ਸ਼ਾਖ ਦੇ ਉੱਤੇ ਰੱਖ ਕੇ ਉਹਦੇ ਮੂੰਹ ਨੂੰ ਲਗਾਇਆ। ਜਦੋਂ ਯਿਸੂ ਨੇ ਉਹ ਸਿਰਕਾ ਪੀਤਾ ਤੇ ਕਿਹਾ ਤਮਾਮ ਹੋਇਆ। ਕਲਾਮੇ ਮੁਕੱਦਸ ਦਾ ਪੜਿਆ ਤੇ ਸੁਣਿਆ ਜਾਣਾ ਸਾਡੇ ਸਾਰਿਆਂ ਲਈ ਬਾਇਸੇ ਬਰਕਤ ਹੋਵੇ। ਹਾਲੇਲੂਇਆ। ਖੁਦਾਵੰਦ ਦਾ ਸ਼ੁਕਰ, ਖੁਦਾਵੰਦ ਦੀ ਤਾਰੀਫ ਤੇ ਉਹਦਾ ਜਲਾਲ, ਉਹਦੀ ਰਹਿਨਮਾਈ ਸਾਡੇ ਨਾਲ ਹਮੇਸ਼ਾ ਹੁੰਦੀ ਰਹੇ। ਆਮੀਨ। ਇਸ ਵਚਨ ਦੇ ਵਿੱਚੋਂ ਅਸੀਂ 6 ਗੱਲਾਂ ਜਿਹੜੀਆਂ ਨੇ ਥੋੜੇ ਵਕਤ 'ਚ ਥੋੜੀਆਂ ਜ਼ਰੂਰ ਵੇਖਾਂਗੇ, ਜਿਹਦੇ ਵਿੱਚ ਯਿਸੂ ਮਸੀਹ ਨੇ ਪਹਿਲੇ ਜਾਣ ਲਿਆ ਸਾਰੀ ਗੱਲ ਇਹ ਉਹਨਾਂ ਬਿਆਨ ਕੀਤੀ। ਦੂਜੀ ਉਹਨਾਂ ਨੇ ਕਿਹਾ ਕਿ ਜੋ ਕੁਝ ਹੋਇਆ ਸੀ ਇਹ ਮੁਕੰਮਲ ਹੋ ਗਿਆ ਹੈ। ਤੀਜੀ ਗੱਲ ਯਿਸੂ ਮਸੀਹ ਨੇ ਨਵਿਸ਼ਤਿਆਂ ਦੀ ਗੱਲ ਕੀਤੀ ਹੈ। ਤੇ ਚੌਥੀ ਗੱਲ ਜਿਹੜੀ ਕਹੀ ਕਿ ਮੈਂ ਪਿਆਸਾ ਵਾਂ। ਤੇ ਪੰਜਵੀਂ ਗੱਲ ਸਿਰਕੇ ਦੀ ਗੱਲ ਹੋਈ ਹੈ। ਤੇ ਛਠੀ ਗੱਲ ਜਿਹੜੀ ਹੈ ਉਹ ਜ਼ੂਫੇ ਦੀ ਸ਼ਾਖ ਦੇ ਬਾਰੇ ਜ਼ਿਕਰ ਹੋਇਆ ਵੇ। ਕਲਾਮੇ ਮੁਕੱਦਸ ਸਾਨੂੰ ਇਹ ਦੱਸਦਾ ਹੈ ਕਿ ਯਿਸੂ ਮਸੀਹ ਜਿਹੜਾ ਹੈ ਉਹ ਸਵੇਰੇ 9 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਉਹਨਾਂ ਸਿਪਾਹੀਆਂ ਦੇ ਨਾਲ ਰਿਹਾ। ਉਹਨਾਂ ਨੇ ਉਹਨੂੰ ਮਾਰਿਆ, ਕੁੱਟਿਆ, ਉਹਦੇ ਤੇ ਜ਼ੁਲਮ ਕੀਤਾ, ਉਹਦੀ ਹਕਾਰਤ ਕੀਤੀ ਔਰ ਉਹਦੇ ਵਾਲ ਨੋਚੇ, ਉਹਦੇ ਸਿਰ ਤੇ ਕੰਡਿਆਂ ਦਾ ਤਾਜ ਬਣਾਇਆ ਗਿਆ, ਉਹਨੂੰ ਠੱਠਿਆਂ 'ਚ ਉਡਾਇਆ ਗਿਆ, ਉਹਦਾ ਕੁੜਤਾ ਵੀ ਜਿਹੜਾ ਸੀ ਉਹਦੇ ਤੇ ਕੁਰਾ ਪਾ ਕੇ ਤੇ ਉਹਨੂੰ ਫਾੜਿਆ ਗਿਆ। ਅਸੀਂ ਇਹ ਸਾਰੀਆਂ ਗੱਲਾਂ ਸਲੀਬ ਦੇ ਉੱਤੇ ਵੇਖਨੇ ਆ। ਲੇਕਿਨ ਯਿਸੂ ਮਸੀਹ ਨੇ ਇਹ ਜਿਹੜੀ ਗੱਲ ਕਹੀ ਹੈ ਸ਼ੁਰੂ ਦੇ ਵਿੱਚ ਕਿ ਇਸ ਤੋਂ ਬਾਅਦ ਜਦੋਂ ਯਿਸੂ ਨੇ ਜਾਣ ਲਿਆ ਤੇ ਯਿਸੂ ਨੂੰ ਇਹ ਪਤਾ ਚੱਲ ਗਿਆ ਕਿ ਜਿਹੜਾ ਬਾਪ ਹੈ ਜਿਹਦੇ ਮਨਸੂਬੇ ਦੇ ਵਿੱਚ ਇਹ ਸਾਰੀਆਂ ਗੱਲਾਂ ਸਨ ਔਰ ਖੁਦਾ ਦੇ ਮਨਸੂਬੇ ਦੇ ਵਿੱਚ ਸੀ ਕਿ ਉਹਨੇ ਆਪਣੇ ਬੇਟੇ ਨੂੰ ਇਸ ਦੁਨੀਆ ਤੇ ਭੇਜਿਆ ਸੀ। ਯਿਸੂ ਇਹ ਜਾਣਦਾ ਸੀ ਕਿ ਇੰਜ ਹੋਣਾ ਵੇ ਔਰ ਇਹ ਹੋਣ ਤੋਂ ਬਗੈਰ ਟਲ ਨਹੀਂ ਸਕਦਾ ਔਰ ਇਹ ਇੰਜ ਹੋਣਾ ਲਾਜ਼ਮੀ ਸੀ ਕਿਉਂਕਿ ਨਵਿਸ਼ਤਿਆਂ ਦੇ ਵਿੱਚ ਲਿਖਿਆ ਹੋਇਆ ਸੀ। ਅਸੀਂ ਵੇਖਦੇ ਹਾਂ ਕਿ ਪੁਰਾਣੇ ਦੌਰ ਦੇ ਵਿੱਚ, ਪੁਰਾਣੇ ਅਦਵਾਰ ਦੇ ਵਿੱਚ, ਓਲਡ ਟੈਸਟਾਮੈਂਟ ਦੇ ਵਿੱਚ ਕਿ ਬੈਲਾਂ, ਬੱਕਰਿਆਂ ਦਾ, ਭੇਡਾਂ ਦਾ, ਵੱਛਿਆਂ ਦਾ, ਲੇਲਿਆਂ ਦਾ ਸਦਕਾ ਦਿੱਤਾ ਜਾਂਦਾ ਸੀ, ਕੁਰਬਾਨੀ ਕੀਤੀ ਜਾਂਦੀ ਸੀ, ਉਹਦੇ ਤੇ ਹੱਥ ਰੱਖੇ ਜਾਂਦੇ ਸਨ। ਤੇ ਉਹ ਜਿਹੜੀਆਂ ਕੁਰਬਾਨੀਆਂ ਸਨ ਉਹ ਸਾਲ ਦੇ ਸਾਲ ਕੀਤੀਆਂ ਜਾਂਦੀਆਂ ਸਨ। ਉਹਨਾਂ ਦੇ ਗੁਨਾਹ ਜਿਹੜੇ ਸਨ ਢਾਂਪ ਦਿੱਤੇ ਜਾਂਦੇ ਸਨ। ਫੋਰਐਵਰ ਵਾਸਤੇ ਮੁਕੰਮਲ ਤੌਰ ਤੇ ਕੋਈ ਨਿਜਾਤ, ਕੋਈ ਕਫਾਰਾ ਨਜ਼ਰ ਨਹੀਂ ਸੀ ਆਉਂਦਾ। ਲੇਕਿਨ ਅਸੀਂ ਵੇਖਦੇ ਹਾਂ ਕਿ ਖੁਦਾ ਦਾ ਉਹ ਮਨਸੂਬਾ ਕਿ ਖੁਦਾ ਨੇ ਉਸ ਇਨਸਾਨ ਦੇ ਗੁਨਾਹ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਵਾਸਤੇ ਯਿਸੂ ਮਸੀਹ ਨੂੰ ਇਸ ਦੁਨੀਆ ਤੇ ਭੇਜ ਦਿੱਤਾ, ਜਿਹੜਾ ਮੁਜੱਸਮ ਕਲਾਮ ਹੈ। ਔਰ ਅਸੀਂ ਵੇਖਦੇ ਹਾਂ ਕਿ ਇੱਥੇ ਯਿਸੂ ਮਸੀਹ ਨੇ ਜਦੋਂ ਸਾਰੀਆਂ ਗੱਲਾਂ ਜਾਣ ਲਈਆਂ
ਤੇ ਅਸੀਂ ਸਮਝਦੇ ਹਾਂ ਕਿ ਯਿਸੂ ਮਸੀਹ ਨੇ ਜਦੋਂ ਇਹ ਆਖਿਆ ਕਿ ਮੈਂ ਜਾਣ ਲਿਆ, ਤੇ ਉਹਨੇ ਕਿਹਾ ਕਿ ਸਾਰੀਆਂ ਗੱਲਾਂ ਪੂਰੀਆਂ ਹੋਈਆਂ ਨੇ ਜਿਹੜੀਆਂ ਪਹਿਲੇ ਤੋਂ ਲਿਖੀਆਂ ਹੋਈਆਂ ਨੇ। ਤੇ ਯਿਸੂ ਮਸੀਹ ਨੇ ਫਿਰ ਨਵਿਸ਼ਤੇ ਦੀ ਗੱਲ ਕੀਤੀ। ਤੇ ਅਸੀਂ ਆਓ ਖੁਦਾਵੰਦ ਦੇ ਵਚਨ ਦੇ ਵਿੱਚੋਂ ਇੱਕ ਹੋਰ ਹਵਾਲਾ ਵੇਖਾਂਗੇ ਜਿਹੜਾ ਯਿਸੂ ਮਸੀਹ ਨੇ ਆਪਣੀ ਜ਼ੁਬਾਨੇ ਮੁਬਾਰਕ ਦੇ ਵਿੱਚੋਂ ਆਖਿਆ ਵੇ। ਲੂਕਾ ਤਬੀਬ ਦੀ ਮਾਰਫਤ ਲਿਖਿਆ ਹੋਇਆ ਕਲਾਮ ਸਾਡੇ ਕੋਲ ਜ਼ਿੰਦਾ ਜਵੇਦ ਮੌਜੂਦ ਹੈ, ਤੇ ਅਸੀਂ ਚਾਹਾਂਗੇ ਕਿ ਅਸੀਂ ਜ਼ਰੂਰ ਇਹਨੂੰ ਪੜ੍ਹੀਏ ਤੇ ਇਹਦੇ ਵਿੱਚੋਂ ਜ਼ਰੂਰ ਖੁਦਾ ਦੇ ਕਲਾਮ 'ਚੋਂ ਅਸੀਂ ਵੇਖਾਂਗੇ ਕਿ ਯਿਸੂ ਮਸੀਹ ਨੇ ਆਪਣੀ ਜ਼ਮੀਨੀ ਜ਼ਿੰਦਗੀ ਦੇ ਵਿੱਚ ਹਰ ਇੱਕ ਗੱਲ ਜਿਹੜੀ ਕਹੀ ਹੈ ਉਹ ਪੂਰੀ ਹੋਈ ਹੈ। ਕੋਈ ਵੀ ਐਸੀ ਗੱਲ ਨਹੀਂ ਕਿ ਜਿਹੜੀ ਯਿਸੂ ਮਸੀਹ ਨੇ ਆਖੀ ਹੋਵੇ ਤੇ ਉਹ ਪੂਰੀ ਨਾ ਹੋਈ ਹੋਵੇ। ਬਹੁਤ ਸਾਰੇ ਲੋਕ ਜਿਹੜੇ ਨੇ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੇ, ਲੇਕਿਨ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਯਿਸੂ ਮਸੀਹ ਖੁਦਾ ਸੀ। ਲੇਕਿਨ ਉਸ ਟਾਈਮ ਜਿਹੜੇ ਡਾਕੂ ਸਨ, ਜਿਹੜੇ ਉੱਥੋਂ ਲੋਕ ਸਨ, ਉਹ ਕਹਿੰਦੇ ਸਨ ਕਿ ਇਹ ਖੁਦਾ ਵੇ ਤੇ ਆਪਣੇ ਆਪ ਨੂੰ ਇਹ ਕਿਉਂ ਨਹੀਂ ਬਚਾ ਸਕਦਾ। ਇੱਥੇ ਗੱਲ ਇੱਕ ਚੀਜ਼ ਸਮਝਣ ਵਾਲੀ, ਮੈਂ ਹਵਾਲਾ ਪੜ੍ਹਨ ਤੋਂ ਪਹਿਲੇ ਦੱਸਣਾ ਚਾਹੁੰਦਾ ਕਿ ਡਾਕੂ ਵੀ ਆਂਦੇ ਸਨ ਕਿ ਸਾਡੀ ਸਜ਼ਾ ਤੇ ਵਾਜਬੀ ਹੈ, ਅਸੀਂ ਤੇ ਕਸੂਰ ਕੀਤਾ ਹੈ, ਗੁਨਾਹ ਕੀਤਾ ਹੈ, ਬਦਕਾਰੀ ਕੀਤੀ ਹੈ, ਅਸੀਂ ਤੇ ਕੀਤਾ ਹੀ ਹੈ। ਲੇਕਿਨ ਇਹਨੇ ਕੀ ਕੀਤਾ ਹੈ ਤੇ ਬੇਗੁਨਾਹ ਹੈ। ਉਹ ਜਾਣਦੇ ਸਨ ਯਿਸੂ ਵੀ ਬੇਗੁਨਾਹ ਸੀ। ਲੇਕਿਨ ਪ੍ਰੋਬਲਮ ਸਿਰਫ ਇਹ ਹੈ ਕਿ ਸਾਨੂੰ ਥੋੜਾ ਜਿਹਾ ਧਿਆਨ ਕਰਨ ਦੀ ਜ਼ਰੂਰਤ ਹੈ ਕਿ ਯਿਸੂ ਮਸੀਹ ਹੈ ਖੁਦਾ, ਲੇਕਿਨ ਉਹ ਬਸ਼ਰੀ ਜਿਸਮ ਦੇ ਵਿੱਚ ਆਇਆ, ਬਸ਼ਰੀ ਬਦਨ 'ਚ ਆਇਆ, ਬਸ਼ਰ ਬਣ ਕੇ ਆਇਆ। ਉਹਨੇ ਜਿਸਮ ਇਖਤਿਆਰ ਕੀਤਾ ਹੈ, ਔਰ ਜਦੋਂ ਜਿਸਮ ਇਖਤਿਆਰ ਬੰਦਾ ਕਰਦਾ ਹੈ ਨਾ, ਤੇ ਫਿਰ ਉਹਨੂੰ ਕੁਰਬਾਨੀ ਦੇਣਾ ਜ਼ਰੂਰੀ ਸੀ, ਕਿਉਂਕਿ ਯਿਸੂ ਮਸੀਹ ਦੀ ਕੁਰਬਾਨੀ ਜਿਹੜੀ ਹੈ ਲਾਜ਼ਮੀ ਸੀ। ਔਰ ਕਲਾਮ ਦੇ ਵਿੱਚ ਲਿਖਿਆ ਹੋਇਆ ਹੈ ਕਿ ਬਗੈਰ ਖੂਨ ਵਹਾਏ ਮਾਫੀ ਨਹੀਂ, ਔਰ ਇਹ ਖੂਨ ਬਹਿਣਾ ਸੀ। ਇਸੇ ਵਜ੍ਹਾ ਤੋਂ ਇਨਸਾਨ ਨੂੰ ਮਾਫੀ ਮਿਲਣੀ ਸੀ। ਯਿਸੂ ਮਸੀਹ ਦੇ ਵਸੀਲੇ ਦੇ ਨਾਲ ਇਹ ਮੁਮਕਿਨ ਹੋਣਾ ਸੀ। ਇਸ ਲਈ ਕਲਾਮ ਦੇ ਵਿੱਚ ਇਹਨਾਂ ਗੱਲਾਂ ਨੂੰ ਅਸੀਂ ਸਿੱਖਣੇ ਆ। ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ ਪਹਿਲੇ ਤੋਂ ਦੱਸ ਦਿੱਤਾ ਸੀ। ਮੇਰੇ ਨਾਲ ਤੁਸੀਂ ਕੱਢ ਸਕਦੇ ਹੋ, ਲੂਕਾ ਤਬੀਬ ਦੀ ਮਾਰਫਤ ਲਿਖਿਆ ਹੋਇਆ ਇੰਜੀਲੀ ਪੈਗਾਮ ਦਾ 24 ਬਾਬ ਔਰ ਉਹਦੀ 44ਵੀਂ ਵਿੱਚ ਲਿਖਿਆ ਹੈ ਕਿ ਫਿਰ ਉਸ ਨੇ ਉਹਨਾਂ ਨੂੰ ਆਖਿਆ, ਕਿਹਨਾਂ ਨੂੰ? ਆਪਣੇ ਸ਼ਾਗਿਰਦਾਂ ਨੂੰ, ਸਾਨੂੰ ਤੁਹਾਨੂੰ ਆਖਿਆ ਕਿ ਇਹ ਮੇਰੀਆਂ ਉਹ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਉਸ ਵੇਲੇ ਆਖੀਆਂ ਸਨ ਕਿ ਜਦੋਂ ਮੈਂ ਤੁਹਾਡੇ ਨਾਲ ਸਾਂ, ਕਿ ਜ਼ਰੂਰ ਹੈ ਕਿ ਜਿਤਨੀਆਂ ਗੱਲਾਂ ਮੂਸਾ ਦੀ ਸ਼ਰੀਅਤ ਦੇ ਵਿੱਚ, ਮੂਸਾ ਦੀ ਤੌਰਾਤ ਦੇ ਕਿਤਾਬ ਦੇ ਵਿੱਚ, ਨਬੀਆਂ ਦੇ ਸਹੀਫਾਂ ਦੇ ਵਿੱਚ ਔਰ ਜ਼ਬੂਰਾਂ ਦੇ ਵਿੱਚ ਮੇਰੀ ਬਾਬਤ ਲਿਖੀਆਂ ਨੇ ਉਹ ਪੂਰੀਆਂ ਹੋਣ। ਆਮੀਨ। ਸੋ ਯਿਸੂ ਮਸੀਹ ਦੀ ਇੱਕ ਗੱਲ ਜਿਹੜੀ ਹੈ ਇਹ ਸਾਦਰ ਹੁੰਦੀ ਹੈ ਕਿ ਜਿਹੜੇ ਯਿਸੂ ਮਸੀਹ ਨੇ ਨਵਿਸ਼ਤਿਆਂ ਦੀ ਗੱਲ ਕੀਤੀ ਹੈ ਉਹ ਪੂਰੀ ਹੋਈ ਹੈ। ਯਿਸੂ ਮਸੀਹ ਨੇ ਜਿੰਨੀਆਂ ਵੀ ਮੈਂ ਆਖਿਆ ਗੱਲਾਂ ਆਖੀਆਂ ਨੇ ਨਾ, ਕੋਈ ਵੀ ਐਸੀ ਗੱਲ ਹੈ ਜਿਹੜੀ ਕਿ ਨਾ ਪੂਰੀ ਹੋਏ, ਸਭ ਪੂਰੀਆਂ ਹੋਈਆਂ ਨੇ। ਦੁਨੀਆ ਤੇ ਜਿੰਨੇ ਵੀ ਨਬੀ ਆਏ ਨੇ ਨਾ, ਜਿੰਨੇ ਵੀ ਪੈਗੰਬਰ ਆਏ ਨੇ, ਉਹਨਾਂ ਦੀਆਂ ਗੱਲਾਂ ਪੂਰੀਆਂ ਨਹੀਂ ਹੋਈਆਂ, ਲੇਕਿਨ ਯਿਸੂ ਵਾਹਿਦ ਹੈ ਕਿ ਜਿਹਨੇ ਜੋ ਕਿਹਾ, ਜਿਸ ਤਰ੍ਹਾਂ ਪ੍ਰੋਫੈਸੀਆਂ ਜਿਹਨੇ ਪਿੱਛੇ ਉਹਦੇ ਸਾਨੂੰ ਸਬੂਤ ਮਿਲਦੇ ਸਨ ਉਹ ਪੂਰੇ ਹੋਏ। ਸ਼ਰੀਅਤ ਦੇ ਵਿੱਚ ਜਿੰਨੇ ਵੀ ਆ ਗੱਲਾਂ ਯਿਸੂ ਮਸੀਹ ਦੀ ਆਮਦ ਦੇ ਬਾਰੇ, ਦੁੱਖ ਉਠਾਉਣ ਦੇ ਬਾਰੇ, ਸਾਰੀਆਂ ਇਹ ਪੂਰੀਆਂ ਹੋਈਆਂ ਨੇ। ਇਸੇ ਲਈ ਯਿਸੂ ਮਸੀਹ ਨੇ ਜਦੋਂ ਆਖਿਆ ਕਿ ਨਵਿਸ਼ਤਾ ਪੂਰਾ ਹੋਇਆ, ਤੇ ਆਓ ਅਸੀਂ ਇਸ ਨਵਿਸ਼ਤੇ ਨੂੰ ਵੇਖਨੇ ਆ ਜ਼ਬੂਰ 22 ਦੇ ਵਿੱਚ ਵੀ। ਇੱਥੇ ਵੀ ਜ਼ਬੂਰ 22 ਦੇ ਵਿੱਚ ਵੀ ਇਹ ਨਵਿਸ਼ਤਾ ਪੂਰਾ ਹੁੰਦਿਆ ਹੋਇਆ ਸਾਨੂੰ ਨਜ਼ਰ ਆਉਂਦਾ ਵੇ। ਜ਼ਬੂਰ 22 ਤੁਸੀਂ ਮੇਰੇ ਨਾਲ ਨਿਕਾਲ ਸਕਦੇ ਹੋ ਤੇ ਜ਼ਰੂਰ ਇਹਨੂੰ ਪੜ੍ਹੋ ਤਾਂ ਕਿ ਇਹਦੇ ਵਿੱਚ ਤੁਹਾਨੂੰ ਗਵਾਹੀ ਮਿਲੇਗੀ ਕਿ ਜ਼ਬੂਰ 22 ਦੇ ਵਿੱਚ ਜਿਹੜੀ ਇਹ ਗਵਾਹੀ ਹੈ, ਉਹਦੇ ਵਿੱਚ ਲਿਖਿਆ ਹੈ ਕਿ ਮੇਰੀ ਜਿਹੜੀ ਜ਼ੁਬਾਨ ਹੈ ਮੇਰੇ ਤਾਲੂ ਦੇ ਨਾਲ ਚਿਪਕ ਗਈ, ਕਿਉਂਕਿ ਯਿਸੂ ਮਸੀਹ ਪਿਆਸੇ ਸਨ, ਉਹਨਾਂ ਨੂੰ ਪਿਆਸ ਲੱਗੀ ਸੀ। ਔਰ ਮੈਂ ਇਹ ਵੀ ਦੱਸਣਾ ਚਾਹਨਾ ਕਿ ਜਿਸਮ ਰੱਖਦਿਆਂ ਹੋਇਆ ਕੋਈ ਵੀ ਸ਼ਖਸ ਹੈ, ਦੁਨੀਆ ਤੇ ਕੋਈ ਵੀ ਸ਼ਖਸ ਹੈ, ਅਗਰ ਉਹ ਰੋਜ਼ਾ ਰੱਖਦਾ ਵੇ, 40 ਦਿਨ ਦਾ ਰੋਜ਼ਾ ਰੱਖਦਾ ਵੇ, 7 ਦਿਨ ਦਾ ਰੋਜ਼ਾ ਰੱਖਦਾ ਵੇ, ਤਾਂ ਉਹਨੂੰ ਪਿਆਸ ਲੱਗੇਗੀ, ਕਿਉਂਕਿ ਉਹਦਾ ਜਿਸਮ ਹੈ। ਤੇ ਜਿਸਮ ਹੁੰਦਿਆਂ ਹੋਇਆ ਇਨਸਾਨ ਨੂੰ ਜਿਹੜੀ ਹੈ ਪਿਆਸ ਵੀ ਲੱਗਦੀ ਹੈ। ਜ਼ਾਹਿਰ ਹੈ ਜਦੋਂ ਮਾਰਿਆ ਜਾ ਰਿਹਾ ਸੀ ਯਿਸੂ ਮਸੀਹ ਨੂੰ, ਜਿਹੜਾ ਉਹਦੇ ਤੇ ਜ਼ੁਲਮ ਕੀਤਾ ਜਾ ਰਿਹਾ ਸੀ, ਤੇ ਯਿਸੂ ਮਸੀਹ ਦਾ ਗਤਸਮਨੀ ਬਾਗ ਦੇ ਵਿੱਚ ਅਸੀਂ ਇਸ ਜ਼ਿਕਰ ਨੂੰ ਪੜ੍ਹਨੇ ਆ। ਗਤਸਮਨੀ ਬਾਬ ਦੇ ਤੁਸੀਂ ਜਦੋਂ 22ਵੇਂ ਬਾਬ ਦੀ 44ਵੀਂ ਆਇਤ ਪੜ੍ਹੋਗੇ ਨਾ, ਲਿਖਿਆ ਕਿ ਯਿਸੂ ਮਸੀਹ ਦਾ ਪਸੀਨਾ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਖੂਨ ਦੀਆਂ ਬੂੰਦਾਂ ਬਣ ਕੇ ਡਿੱਗਦੀਆਂ ਨੇ, ਤੇ ਜ਼ਮੀਨ ਤੇ ਜਦੋਂ ਡਿੱਗਦੀਆਂ ਸਨ ਤਾਂ ਪਤਾ ਚੱਲਦਾ ਸੀ
ਤੇ ਜ਼ਾਹਿਰ ਜਦੋਂ ਜਿਸਮ ਡੀਹਾਈਡਰੇਟ ਹੋ ਜਾਂਦਾ ਵੇ, ਉਹਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਫਿਰ ਉਹਨੂੰ ਪਾਣੀ ਦੀ ਪਿਆਸ ਹੁੰਦੀ ਹੈ, ਉਹਦਾ ਦਿਲ ਕਰਦਾ ਕਿ ਉਹ ਕੁਝ ਨਾ ਕੁਝ ਪੀਵੇ। ਤੇ ਜਿਸਮ ਦੇ ਵਿੱਚ ਜਦੋਂ ਕਮੀ ਆ ਜਾਵੇ ਤੇ ਉਦੋਂ ਫਿਰ ਇਨਸਾਨ ਪਾਣੀ ਪੀਂਦਾ। ਤੇ ਜ਼ਾਹਿਰ ਹੈ ਕਿ ਜਦੋਂ ਯਿਸੂ ਮਸੀਹ ਨੂੰ ਮਾਰਿਆ ਜਾ ਰਿਹਾ ਸੀ ਤੇ ਜ਼ਾਹਿਰ ਪਸੀਨਾ ਵੀ ਨਿਕਲ ਰਿਹਾ ਸੀ ਤੇ ਉਸ ਤੋਂ ਬਾਅਦ ਜਿਸਮ ਵਿੱਚੋਂ ਖੂਨ ਵੀ ਨਿਕਲ ਰਿਹਾ ਸੀ, ਕਿਉਂਕਿ ਖੂਨ ਦੇ ਵਿੱਚ ਪਾਣੀ ਹੁੰਦਾ ਵੇ। ਤੇ ਯਿਸੂ ਮਸੀਹ ਜਿਹੜੇ ਨੇ ਉਹਨਾਂ ਨੂੰ ਪਿਆਸ ਲੱਗੀ ਹੋਈ ਸੀ। ਬਹੁਤ ਸਾਰੇ ਲੋਕੀ ਇਸ ਗੱਲ ਦਾ ਵੀ ਇਕਰਾਰ ਕਰਦੇ ਨੇ, ਉਹ ਕਹਿੰਦੇ ਨੇ ਕਿ ਯਿਸੂ ਮਸੀਹ ਨੇ ਜਨਾਬ ਸਮੁੰਦਰ ਬਣਾਏ, ਪਹਾੜ, ਝੀਲਾਂ ਸਭ ਕੁਝ ਬਣਾਈਆਂ ਨੇ, ਤੇ ਅੱਜ ਯਿਸੂ ਮਸੀਹ ਕਹਿਣ ਡਿਆ ਕਿ ਮੈਂ ਪਿਆਸਾ ਹਾਂ। ਤੇ ਮੇਰੇ ਅਜ਼ੀਜ਼, ਸਾਨੂੰ ਇੱਕ ਗੱਲ ਹੋਰ ਸਿੱਖਣ ਦੀ ਵੀ ਜ਼ਰੂਰਤ ਹੈ ਕਿ ਯਿਸੂ ਮਸੀਹ, ਮੈਂ ਤੁਹਾਨੂੰ ਦੱਸਿਆ ਕਿ ਉਹ ਬਸ਼ਰੀ ਜਾਮੇ 'ਚ ਆਇਆ ਸੀ। ਤੇ ਅਸੀਂ ਲੂਕਾ ਦੀ ਅੰਜੀਲ ਦੇ ਵਿੱਚ ਵੇਖਾਂਗੇ ਕਿ ਜਿਹੜਾ ਕਲਾਮ ਜਿਹੜਾ ਵੇ ਉਹ ਇਹਦੀ ਤਸਦੀਕ ਕਰਦਾ ਹੈ ਕਿ ਯਿਸੂ ਮਸੀਹ, ਬਹੁਤ ਸਾਰੇ ਲੋਕ ਆਉਂਦੇ ਨੇ ਕਿ ਯਿਸੂ ਮਸੀਹ ਸਾਡਾ ਪਿਆਸਾ ਸੀ। ਹਾਂ, ਯਿਸੂ ਮਸੀਹ ਨੂੰ ਅੱਜ ਵੀ ਪਿਆਸ ਹੈ, ਯਿਸੂ ਮਸੀਹ ਚਾਹੁੰਦਾ ਹੈ ਕਿ ਮੇਰੇ ਲੋਕ ਮੇਰੇ ਕੋਲ ਆਉਣ। ਲੇਕਿਨ ਇੱਥੇ ਇਸ ਵਚਨ ਦੇ ਵਿੱਚ, ਇਸ ਮਫਹੂਮ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ ਨਾ ਕਿ ਯਿਸੂ ਮਸੀਹ ਕਹਿ ਰਿਹਾ ਕਿ ਮੈਂ ਪਿਆਸਾ ਵਾਂ, ਤੇ ਇਹਦੇ ਵਿੱਚ ਵਾਕਈ ਹਕੀਕਤ ਹੈ ਕਿ ਯਿਸੂ ਮਸੀਹ ਨੂੰ ਪਿਆਸ ਲੱਗੀ ਸੀ। ਇਹਦੇ ਵਿੱਚ ਨੋ ਡਾਊਟ, ਕੋਈ ਗੱਲ ਨਹੀਂ। ਅਸੀਂ ਇੱਕ ਹੋਰ ਹਵਾਲਾ ਵੇਖਦੇ ਹਾਂ, ਲੂਕਾ ਦੀ ਅੰਜੀਲ ਦਾ 4 ਬਾਬ ਤੇ ਉਹਦੀ ਪਹਿਲੀ 2 ਆਇਤਾਂ ਪੜਾਂਗੇ। ਲੇਕਿਨ ਫਿਰ ਯਿਸੂ ਰੂਹੁਲ ਕੁਦਸ ਨਾਲ ਭਰਿਆ ਹੋਇਆ ਯਰਦਨ ਤੋਂ ਜਦੋਂ ਵਾਪਸ ਆਉਂਦਾ ਹੈ ਤੇ 40 ਦਿਨ ਤੱਕ ਰੂਹ ਦੀ ਹਦਾਇਤ ਦੇ ਵਿੱਚ ਬਿਆਬਾਨ 'ਚ ਫਿਰਦਾ ਰਿਹਾ ਤੇ ਇਬਲੀਸ ਉਹਨੂੰ ਅਜ਼ਮਾਉਂਦਾ ਰਿਹਾ। ਤੇ ਉਹਨਾਂ ਦਿਨਾਂ ਦੇ ਵਿੱਚ ਉਸਨੇ ਕੁਝ ਨਾ ਖਾਧਾ ਤੇ ਜਦੋਂ ਦਿਨ ਪੂਰੇ ਹੋ ਗਏ ਤੇ ਫਿਰ ਉਹਨੂੰ ਭੁੱਖ ਲੱਗੀ। ਇਹਦਾ ਮਤਲਬ ਕਿ ਯਿਸੂ ਮਸੀਹ ਜਿਸਮਾਨੀ ਤੌਰ ਤੇ ਸਨ, ਉਹਨਾਂ ਨੂੰ ਭੁੱਖ ਵੀ ਲੱਗਦੀ ਸੀ, ਉਹਨਾਂ ਨੂੰ ਪਿਆਸ ਵੀ ਲੱਗਦੀ ਸੀ। ਤੇ ਜ਼ਾਹਿਰ ਜਦੋਂ ਇੱਕ ਜਿਸਮ ਹੈ ਤੇ ਉਹ ਜਦੋਂ ਚੱਲੇਗਾ ਫਿਰੇਗਾ ਤੇ ਉਹਨੂੰ ਜ਼ਾਹਿਰ ਭੁੱਖ ਵੀ ਲੱਗੇਗੀ ਤੇ ਉਹਨੇ ਫਿਰ ਪਾਣੀ ਵੀ ਪੀਣਾ ਹੈ, ਜ਼ਾਹਿਰੀ ਗੱਲ ਹੈ। ਇਸ ਲਈ ਯਿਸੂ ਮਸੀਹ ਨੇ ਆਖਿਆ ਕਿ ਮੈਨੂੰ ਪਿਆਸ ਲੱਗੀ ਹੋਈ ਹੈ। ਇੱਕ ਉਸ ਹੋਰ ਹਵਾਲਾ ਵੇਖਦੇ ਹਾਂ ਯੂਹੰਨਾ ਦੀ ਅੰਜੀਲ ਦੇ ਵਿੱਚੋਂ। ਯਿਸੂ ਮਸੀਹ ਦਾ ਸ਼ਾਗਿਰਦ ਯੂਹੰਨਾ ਮੁਹੱਬਤ ਦਾ ਰਸੂਲ ਲਿਖਦਾ ਵੇ ਕਲਾਮੇ ਮੁਕੱਦਸ ਦੇ ਵਿੱਚ, ਔਰ ਬੜੀ ਖੂਬਸੂਰਤ ਸਾਨੂੰ ਇਹਦੇ ਵਿੱਚ ਗਵਾਹੀ ਮਿਲਦੀ ਹੈ। ਇਹਦੇ ਵਿੱਚ ਲਿਖਿਆ ਹੈ 11ਵੀਂ ਆਇਤ ਦੇ ਵਿੱਚ, 21ਵੇਂ ਬਾਬ ਦੀ 11ਵੀਂ ਵਿੱਚ ਲਿਖਿਆ ਹੈ ਕਿ ਪਤਰਸ ਸ਼ਮਾਉਨ ਚੜ੍ਹ ਕੇ 153 ਮੱਛਲੀਆਂ ਜਿਹੜੀਆਂ ਉਹ ਪਕੜਦਾ ਵੇ ਤੇ ਜਾਲ ਕਿਨਾਰੇ ਤੇ ਖਿੱਚ ਕੇ ਲੈ ਆਂਦਾ ਵੇ ਤੇ ਮੱਛਲੀਆਂ ਦੀ ਬਹੁਤ ਜ਼ਿਆਦਾ ਤਾਦਾਦ ਜਿਹੜੀ ਹੈ ਆ ਜਾਂਦੀ ਹੈ, ਇੱਥੇ ਤੱਕ ਕਿ ਜਾਲ ਫਟਣਾ ਸ਼ੁਰੂ ਹੋ ਜਾਂਦੇ ਨੇ। ਤੇ ਯਿਸੂ ਨੇ ਫਿਰ ਉਹਨਾਂ ਨੂੰ ਆਖਿਆ ਕਿ ਆਓ ਖਾਣਾ ਖਾ ਲਓ। ਸ਼ਾਗਿਰਦਾਂ ਨੂੰ ਵੀ ਆਖਿਆ ਕਿ ਤੁਸੀਂ ਜਲਦੀ ਆਓ ਤੇ ਮੇਰੇ ਨਾਲ ਖਾਓ। ਔਰ ਇੱਥੇ ਲਿਖਿਆ ਕਿ ਯਿਸੂ ਮਸੀਹ ਨੇ ਫਿਰ ਉਹ ਰੋਟੀ ਲੈ ਕੇ ਖਾਧੀ ਤੇ ਮੱਛਲੀ ਵੀ ਖਾਧੀ। ਇਹਦਾ ਮਤਲਬ ਇਹ ਹੈ ਕਿ ਯਿਸੂ ਮਸੀਹ ਜ਼ਮੀਨੀ ਜ਼ਿੰਦਗੀ 'ਚ ਰਹਿੰਦੇ ਹੋਇਆ ਉਹਨਾਂ ਨੂੰ ਰੋਟੀ ਦੀ ਵੀ ਜ਼ਰੂਰਤ ਹੁੰਦੀ ਸੀ ਤੇ ਉਹਨਾਂ ਨੂੰ ਪਾਣੀ ਦੀ ਵੀ ਜ਼ਰੂਰਤ ਹੁੰਦੀ ਸੀ। ਇਸ ਲਈ ਯਿਸੂ ਮਸੀਹ ਨੇ 5ਵੇਂ ਕਲਮੇ 'ਚ ਆਖਿਆ ਹੈ ਕਿ ਮੈਂ ਪਿਆਸਾ ਹਾਂ। ਜਦੋਂ ਯਿਸੂ ਮਸੀਹ ਪਿਆਸੇ ਨੇ ਤੇ ਇਸ ਪਿਆਸ ਨੂੰ ਬੁਝਾਉਣ ਵਾਸਤੇ ਉਹਨਾਂ ਨੇ ਕੀ ਕੀਤਾ, ਸਾਰੀ ਦੁਨੀਆ ਜਾਣਦੀ ਹੈ। ਕਲਾਮੇ ਮੁਕੱਦਸ ਦੱਸਦਾ ਕਿ ਉਹਨਾਂ ਨੇ ਪਤ ਮਿਲੀ ਮੈਂ ਦਿੱਤੀ ਉਹਨਾਂ ਨੂੰ। ਯਿਸੂ ਮਸੀਹ ਨੂੰ ਮੁਰ ਮਿਲੀ ਹੋਈ ਮੈਂ ਵੀ ਦਿੱਤੀ। ਮੁਰ ਮਿਲੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਨਸ਼ਾ ਹੁੰਦਾ ਹੈ, ਉਹਦੇ ਵਿੱਚ ਗਨੂਦਗੀ ਆ ਜਾਂਦੀ ਹੈ। ਤੇ ਜਿਤਨੇ ਵੀ ਉਸ ਦੌਰ ਦੇ ਉੱਤੇ ਡਾਕੂ ਸਨ, ਜਿਤਨੇ ਵੀ ਉਸ ਦੌਰ ਦੇ ਵਿੱਚ ਜਿਹੜੇ ਲੋਕ ਸਨ ਜਿਨ੍ਹਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ, ਤਾਂ ਉਹਨਾਂ ਨੂੰ ਪਤ ਮਿਲੀ ਮੈਂ ਦਿੱਤੀ ਜਾਂਦੀ ਸੀ ਤਾਂ ਕਿ ਉਹ ਇਹਨੂੰ ਪੀਣ ਤੇ ਉਹਨਾਂ ਨੂੰ ਉਹਦੇ 'ਚ ਜਿਹੜੀ ਸੀ ਦਰਦ ਨਹੀਂ ਸੀ ਹੁੰਦੀ, ਤਕਲੀਫ ਨਹੀਂ ਸੀ ਹੁੰਦੀ। ਲੇਕਿਨ ਜਿਹੜੀ ਪਤ ਮਿਲੀ ਇਹਦੇ ਵਿੱਚ ਕਰਵਾਹਟ ਜ਼ਰੂਰ ਹੁੰਦੀ ਸੀ। ਤੇ ਸਿਰਕਾ ਫਿਰ ਜਦੋਂ ਦਿੱਤਾ ਗਿਆ, ਕਲਾਮੇ ਮੁਕੱਦਸ ਦੇ ਵਿੱਚ ਲਿਖਿਆ ਕਿ ਯਿਸੂ ਮਸੀਹ ਨੇ ਫਿਰ ਉਹਨੂੰ ਜਦੋਂ ਚੱਖਿਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਨਹੀਂ ਪੀਤਾ, ਕਿਉਂਕਿ ਸਿਰਕਾ ਪੀਣ ਦੇ ਨਾਲ ਜਿਸਮ ਦੇ ਜ਼ਖਮ ਜਿਹੜੇ ਨੇ ਖੁੱਲ ਜਾਂਦੇ ਨੇ, ਤਕਲੀਫ ਹੁੰਦੀ ਹੈ, ਦਰਦ ਹੁੰਦੀ ਹੈ, ਕਿਉਂਕਿ ਜਿਸਮ ਪਹਿਲੇ ਹੀ ਲਹੂ-ਲੁਹਾਨ ਸੀ, ਪਾਣੀ ਦੀ ਕਮੀ ਸੀ। ਤੇ ਜਦੋਂ ਜਿਸਮ ਦੇ ਵਿੱਚ ਜਦੋਂ ਜ਼ਾਹਿਰੀ ਗੱਲ ਹੈ ਕਿ ਸਿਰਕਾ ਜਾਏਗਾ, ਐਸੀ ਚੀਜ਼ ਜਾਏਗੀ, ਕੈਮੀਕਲ ਜਾਏਗਾ ਤੇ ਜਿਸਮ ਨੂੰ ਤਾਂ ਹੋਰ ਜ਼ਖਮੀ ਕਰੇਗਾ। ਤੇ ਯਿਸੂ ਮਸੀਹ ਆਪਣੇ ਆਪ ਨੂੰ ਅਜ਼ੀਅਤ ਨਹੀਂ ਸੀ ਦੇਣਾ ਚਾਹੁੰਦੇ ਮਜ਼ੀਦ। ਉਹ ਨਹੀਂ ਸੀ ਚਾਹੁੰਦੇ ਕਿ ਜਿਹੜਾ ਕਿ ਉਹ ਉਸ ਤਰੀਕੇ ਦੇ ਨਾਲ ਕਿ ਜਿਹੜਾ ਉਹ ਮੈਂ ਪੀਆਂ ਤੇ ਮੈਂ ਆਪਣੇ ਆਪ ਨੂੰ ਮਜ਼ੀਦ ਦੁੱਖ ਦੇਵਾਂ, ਕਿਉਂਕਿ ਯਿਸੂ ਮਸੀਹ ਦੀ ਤਾਲੀਮ ਇਹ ਆ, ਯਿਸੂ ਮਸੀਹ ਦਾ ਜਿਹੜਾ ਸਿਸਟਮ ਸਾਨੂੰ ਨਜ਼ਰ ਆਉਂਦਾ ਹੈ ਉਹ ਹੈ ਕਿ ਉਹਨੇ ਸਾਡੇ ਜੁਰਮ, ਸਾਡੇ ਗੁਨਾਹ, ਸਾਡੀ ਤਕਲੀਫਾਂ ਬਰਦਾਸ਼ਤ ਕੀਤੀਆਂ। ਤੇ ਯਿਸੂ ਮਸੀਹ ਨੇ ਉਹ ਜਿਹੜੀ ਮੈਂ ਸੀ ਉਹ ਵੀ ਨਹੀਂ ਪੀਤੀ, ਜਿਹੜੀ ਮੁਰਗਾਲੀ ਸੀ, ਤਾਂ ਕਿ ਉਹ ਸਮਝਦੇ ਸਨ ਕਿ ਇਹਦੇ ਨਾਲ ਗਨੂਦਗੀ ਆਉਂਦੀ ਹੈ, ਇਸ ਲਈ ਉਹਨਾਂ ਨੇ ਨਾ ਪੀਤੀ। ਔਰ ਸਿਰਕਾ ਵੀ ਚੱਕ ਕੇ ਤੇ ਛੋੜ ਦਿੱਤਾ। ਯਿਸੂ ਮਸੀਹ
ਨੈਚੁਰਲੀ ਤੌਰ ਤੇ ਉਹਨੂੰ ਬਰਦਾਸ਼ਤ ਕਰਨਾ ਚਾਹ ਰਹੇ ਸਨ, ਉਸ ਤਕਲੀਫ ਨੂੰ ਬਰਦਾਸ਼ਤ ਕਰਨਾ ਚਾਹ ਰਹੇ ਸਨ ਜਿਹੜੀ ਨੈਚੁਰਲੀ ਸੀ, ਜਿਹੜੀ ਬਾਪ ਨੇ ਜਿਹੜੀ ਮੁਕਰਰ ਕੀਤੀ ਸੀ, ਜਿਹੜਾ ਸਿਸਟਮ ਸੀ ਉਹਦੇ ਵਿੱਚ ਰਹਿ ਕੇ ਉਹਨੂੰ ਉਸ ਪੂਰੇ ਕੰਮ ਨੂੰ ਜਿਹੜਾ ਤਮਾਮ ਕਰਨਾ ਚਾਹੁੰਦੇ ਸਨ। ਔਰ ਇਹ ਗੱਲ ਜਿਹੜੀ ਸੀ ਇਹ ਸਾਨੂੰ ਦੱਸਦੀ ਹੈ ਕਿ ਯਿਸੂ ਮਸੀਹ ਵਾਕਿਆ ਹੀ ਪਿਆਸਾ ਸੀ ਔਰ ਉਹਨੂੰ ਪਿਆਸ ਲੱਗੀ ਸੀ, ਕਿਉਂਕਿ ਜ਼ਿੰਦਗੀ ਦਾ ਜਿਹੜਾ ਪਾਣੀ ਹੈ ਉਹ ਜ਼ਿੰਦਗੀ ਨੂੰ ਬਹਾਲ ਕਰਦਾ ਹੈ। ਆਮੀਨ। ਤੇ ਜ਼ਿੰਦਗੀ ਦਾ ਪਾਣੀ ਸਾਨੂੰ ਅਸੀਂ ਜਾਣਦੇ ਹਾਂ, ਕਲਾਮੇ ਮੁਕੱਦਸ ਦਾ ਸਾਨੂੰ ਸਬੂਤ ਦਿੰਦਾ ਹੈ ਕਿ ਯਿਸੂ ਮਸੀਹ ਜਦੋਂ ਖੁਦਾਵੰਦ ਨੇ ਬਿਗਨਿੰਗ ਦਾ ਕੰਮ ਕੀਤਾ, ਕ੍ਰੀਏਸ਼ਨ ਦਾ ਕੰਮ ਕੀਤਾ, ਯਾਹਵੇ ਪਾਕ ਖੁਦਾ ਨੇ ਪੈਦਾਇਸ਼ ਦੀ ਕਿਤਾਬ ਦੇ ਵਿੱਚ, ਤੇ ਉਦੋਂ ਖੁਦਾ ਸਾਨੂੰ ਨਜ਼ਰ ਆਉਂਦਾ ਹੈ ਰੂਹ ਦੀ ਤਹਿਰੀਕ ਦੇ ਵਿੱਚ, ਰੂਹ ਦੇ ਨਾਲ ਸਾਰਾ ਕੰਮ ਹੋਇਆ। ਲੇਕਿਨ ਉਹੀ ਰੂਹ ਜਦੋਂ ਮੁਜੱਸਮ ਹੋ ਜਾਂਦੀ ਹੈ, ਕਲਮਾ ਮੁਜੱਸਮ ਹੋ ਜਾਂਦਾ ਹੈ, ਤੇ ਫਿਰ ਉਹ ਜਿਸਮ ਇਖਤਿਆਰ ਕਰਦਾ ਹੈ, ਤੇ ਜਦੋਂ ਜਿਸਮ ਇਖਤਿਆਰ ਕਰਦਾ ਹੈ ਤਾਂ ਉਹਨੂੰ ਪਿਆਸ ਵੀ ਲੱਗਦੀ ਹੈ, ਤੇ ਉਹਨੂੰ ਜਿਹੜੀ ਹੈ ਭੁੱਖ ਵੀ ਲੱਗਦੀ ਹੈ। ਇਸ ਵਜ੍ਹਾ ਤੋਂ ਯਿਸੂ ਮਸੀਹ ਜਦੋਂ ਜਿਸਮਾਨੀ ਤੌਰ ਤੇ ਆਏ ਤੇ ਫਿਰ ਉਹਨਾਂ ਨੂੰ ਪਿਆਸ ਲੱਗੀ, ਲੇਕਿਨ ਜਦੋਂ ਰੂਹ ਦੇ ਵਿੱਚ ਸਨ ਤੇ ਉਦੋਂ ਰੂਹ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਨਾ ਗੋਸ਼ਤ ਨਾ ਹੱਡੀ ਹੁੰਦੀ, ਤੇ ਜਦੋਂ ਗੋਸ਼ਤ ਤੇ ਹੱਡੀ ਕੋਈ ਨਹੀਂ ਤੇ ਫਿਰ ਉਹਨੂੰ ਪਿਆਸ ਕਿੱਥੋਂ ਲੱਗਣੀ ਹੈ, ਉਹਨੂੰ ਭੁੱਖ ਕਿੱਥੇ ਲੱਗਣੀ ਹੈ। ਇਸ ਲਈ ਸਾਨੂੰ ਬਿਗਨਿੰਗ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਖੁਦਾ ਨੇ ਜਦੋਂ ਸਾਰਾ ਕੁਝ ਬਣਾਇਆ, ਸਾਰਾ ਕੁਝ ਤਖਲੀਕ ਕੀਤਾ, ਤਾਂ ਉੱਥੇ ਰੂਹ ਕੰਮ ਕਰਦੀ ਸੀ। ਇੱਥੇ ਯਿਸੂ ਮਸੀਹ ਮੁਜੱਸਮੇ ਕਲਾਮ ਹੈ, ਜਿਸਮ ਇਖਤਿਆਰ ਕੀਤਾ ਹੈ, ਤੇ ਜਿਸਮ ਹੁੰਦੇ ਆਇਆ ਯਿਸੂ ਮਸੀਹ ਨੂੰ ਭੁੱਖ ਲੱਗੀ, ਪਿਆਸ ਲੱਗੀ। ਹਾਲੇਲੂਇਆ। ਇਸ ਲਈ ਇਸ ਗੱਲ ਨੂੰ ਸਾਨੂੰ ਸਮਝ ਆਣੀ ਚਾਹੀਦੀ ਹੈ ਕਿ ਯਿਸੂ ਮਸੀਹ ਵਾਕਿਆ ਹੀ ਪਿਆਸਾ ਸੀ ਤੇ ਯਿਸੂ ਮਸੀਹ ਨੂੰ ਪਿਆਸ ਲੱਗੀ ਸੀ। ਇੱਕ ਹੋਰ ਹਵਾਲਾ ਅਸੀਂ ਵੇਖਦੇ ਹਾਂ, ਯੂਹੰਨਾ ਦੀ ਅੰਜੀਲ ਉਹਦਾ 4 ਬਾਬ ਹੈ ਤੇ ਉਹਦੀ 6ਵੀਂ ਆਇਤ ਕਿ ਯਾਕੂਬ ਦਾ ਖੂਹਾਂ, ਜਿਹਨੂੰ ਖੂਹ ਕਿਹਾ ਜਾਂਦਾ ਹੈ, ਇੱਥੇ ਇੱਕ ਛੋਟਾ ਜਿਹਾ ਵਾਕਿਆ ਵੇ ਔਰ ਲਿਖਿਆ ਹੈ ਕਿ ਯਿਸੂ ਮਸੀਹ ਸਫ਼ਰ ਕਰਦਾ ਹੋਇਆ, ਥੱਕਿਆ ਮਾਂਦਿਆ, ਟੁੱਟਿਆ ਹੋਇਆ ਉਸ ਖੂਹੇ ਦੇ ਉੱਤੇ ਆ ਕੇ ਤੇ ਬਹਿ ਗਿਆ, ਉਸ ਖੂਹੇ ਦੇ ਉੱਤੇ ਆ ਗਿਆ ਤੇ ਉੱਥੇ ਬੈਠ ਕੇ ਤੇ 6 ਘੰਟੇ ਦੇ ਕਰੀਬ ਲਿਖਿਆ ਹੈ ਕਿ 6 ਘੰਟੇ ਦੇ ਕਰੀਬ ਇਹ ਵਾਕਿਆ ਸੀ ਜਦੋਂ ਹੋਇਆ। ਤੇ ਸਾਮਰੀਆ ਦੀ ਇੱਕ ਔਰਤ ਪਾਣੀ ਭਰਨ ਲਈ ਆਉਂਦੀ ਹੈ, ਸਾਮਰੀ ਔਰਤ ਪਾਣੀ ਭਰਨ ਲਈ ਆਉਂਦੀ ਹੈ ਤੇ ਯਿਸੂ ਨੇ ਉਹਨੂੰ ਆਖਿਆ ਕਿ ਮੈਨੂੰ ਪਾਣੀ ਪਿਲਾ। ਜ਼ਾਹਿਰ ਹੈ ਯਿਸੂ ਮਸੀਹ ਜਦੋਂ ਸਫ਼ਰ ਕਰਦੇ ਸਨ, ਚੱਲਦੇ ਸਨ, ਫਿਰਦੇ ਸਨ, ਟੁਰਦੇ ਸਨ ਤਾਂ ਉਹਨਾਂ ਨੂੰ ਪਿਆਸ ਲੱਗਦੀ ਸੀ। ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਕਿ ਯਿਸੂ ਮਸੀਹ ਨੂੰ ਪਿਆਸ ਸੀ ਔਰ ਹਕੀਕੀ ਪਾਣੀ ਦੀ ਪਿਆਸ ਸੀ। ਤਾਂ ਉਹਨਾਂ ਨੇ ਆਖਿਆ ਮੈਨੂੰ ਪਾਣੀ ਪਿਲਾ, ਕਿਉਂਕਿ ਉਹਦੇ ਸ਼ਾਗਿਰਦ ਜਿਹੜੇ ਸਨ ਸ਼ਹਿਰ ਦੇ ਵਿੱਚ ਗਏ ਸਨ ਖਾਣਾ ਖਰੀਦਣ ਵਾਸਤੇ, ਲੈਣ ਲਈ ਗਏ ਸਨ। ਤੇ ਉਸ ਸਾਮਰੀ ਔਰਤ ਨੇ ਯਿਸੂ ਨੂੰ ਆਖਿਆ ਕਿ ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਸਾਮਰੀ ਔਰਤ ਕੋਲੋਂ ਪਾਣੀ ਕਿਉਂ ਮੰਗਦਾ ਵੇਂ, ਸਵਾਲ ਕਰਦੀ ਏ ਯਿਸੂ ਮਸੀਹ ਦੇ ਉੱਤੇ। ਤੇ ਅੱਗੋਂ ਯਿਸੂ ਮਸੀਹ ਨੇ ਬਾਅਦ ਵਿੱਚ ਉਹਦਾ ਜਵਾਬ ਦਿੱਤਾ, ਲਿਖਿਆ ਕਿਉਂਕਿ ਯਹੂਦੀ ਜਿਹੜੇ ਸਨ ਉਹ ਸਾਮਰੀਆਂ ਨਾਲ ਕਿਸੇ ਤਰ੍ਹਾਂ ਦਾ ਵੀ ਠੀਕ ਵਰਤਾਓ ਨਹੀਂ ਸਨ ਕਰਦੇ। ਯਿਸੂ ਮਸੀਹ ਇਸ ਗੱਲ ਨੂੰ ਜਾਣਦੇ ਸਨ। ਯਿਸੂ ਮਸੀਹ ਨੇ ਜਵਾਬ ਵਿੱਚ ਉਹਨੂੰ ਆਖਿਆ ਅਗਰ ਤੂੰ ਖੁਦਾ ਦੀ ਬਖਸ਼ਿਸ਼ ਨੂੰ ਜਾਣਦੀ ਔਰ ਇਹ ਵੀ ਜਾਣਦੀ ਕਿ ਉਹ ਕੌਣ ਹੈ ਤੇ ਤੈਨੂੰ ਕਹਿੰਦਾ ਹੈ ਕਿ ਮੈਨੂੰ ਪਾਣੀ ਪਿਲਾ, ਤੇ ਤੂੰ ਉਹਦੇ ਕੋਲੋਂ ਮੰਗਦੀ ਤੇ ਉਹ ਤੈਨੂੰ ਜ਼ਿੰਦਗੀ ਦਾ ਪਾਣੀ ਦਿੰਦਾ। ਹਾਲੇਲੂਇਆ। ਵੇਖੋ ਯਿਸੂ ਮਸੀਹ ਨੂੰ ਖੁਦ ਵੀ ਪਿਆਸ ਲੱਗੀ ਹੈ ਤਾਂ ਦੂਜਿਆਂ ਨੂੰ ਵੀ ਸਰਾਬ ਕਰਨਾ ਚਾਹੁੰਦਾ ਹੈ। ਯਿਸੂ ਦੂਜਿਆਂ ਨੂੰ ਵੀ ਆਬੇ ਹਯਾਤ ਪਿਲਾਉਣਾ ਚਾਹੁੰਦਾ ਹੈ। ਯਿਸੂ ਮਸੀਹ ਦੂਜਿਆਂ ਦੀ ਵੀ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰਦਾ ਵੇ। ਅਗਰ ਪਿਆਸ ਸਾਨੂੰ ਲੱਗੀ ਏ ਤੇ ਸਾਨੂੰ ਫਿਰ ਯਿਸੂ ਦੇ ਕੋਲ ਆਉਣਾ ਚਾਹੀਦਾ ਹੈ। ਇੱਥੇ ਔਰਤ ਨੇ ਉਹਨੂੰ ਆਖਿਆ ਐ ਖੁਦਾਵੰਦ ਤੇਰੇ ਕੋਲ ਪਾਣੀ ਭਰਨ ਨੂੰ ਕੋਈ ਚੀਜ਼ ਹੈ ਵੇ, ਤੇ ਕੂਆ ਜਿਹੜਾ ਤੇ ਬੜਾ ਗਹਿਰਾ ਵੇ। ਯਿਸੂ ਮਸੀਹ ਨੂੰ ਪਤਾ ਸੀ ਕਿ ਕੂਆ ਗਹਿਰਾ, ਲੇਕਿਨ ਇਹ ਉਹ ਯਿਸੂ ਮਸੀਹ ਨੂੰ ਸਿਖਾਉਣਾ ਚਾਹੁੰਦੀ ਸੀ। ਲਿਖਿਆ ਕਿ ਫਿਰ ਉਹ ਜ਼ਿੰਦਗੀ ਦਾ ਪਾਣੀ ਤੇਰੇ ਕੋਲ ਕਿੱਥੋਂ ਆਇਆ। ਕਹਿੰਦੀ ਖੂਹ ਤੇ ਇੰਨਾ ਡੂੰਘਾ ਹੈਗਾ ਤੇ ਤੇਰੇ ਕੋਲ ਕਿੱਥੋਂ ਜ਼ਿੰਦਗੀ ਦਾ ਪਾਣੀ ਆ ਗਿਆ। ਉਹ ਇਸ ਗੱਲ ਨੂੰ ਸਮਝ ਨਹੀਂ ਪਾਈ। ਅੱਜ ਵੀ ਬੜੇ ਲੋਕ ਨੇ ਜਿਹੜੇ ਠੀਕ ਤੌਰ ਤੇ ਸਮਝ ਨਹੀਂ ਪਾਉਂਦੇ। ਲਿਖਿਆ ਕਿ ਕਿਆ ਤੂੰ ਸਾਡੇ ਬਾਪ ਦਾਦਾ ਯਾਕੂਬ ਤੋਂ ਵੱਡਾ ਵੇਂ, ਜਿਸ ਨੇ ਇਹ ਕੂਆ ਬਣਾਇਆ ਤੇ ਖੁਦ ਔਰ ਉਹਦੇ ਜਿੰਨੇ ਵੀ ਬੇਟੇ ਸਨ ਇਸ ਦੇ ਵਿੱਚੋਂ ਔਰ ਉਹਦੇ ਜਿੰਨੇ ਜਾਨਵਰ ਸਨ ਆ ਕੇ ਪੀਂਦੇ ਸਨ। ਫਿਰ ਸਵਾਲ ਉਹਨੇ ਕੱਢ ਮਾਰਿਆ। ਯਿਸੂ ਮਸੀਹ ਨੇ ਹਰ ਸਵਾਲ ਦਾ ਜਵਾਬ ਬੜੇ ਦਲੇਰੀ ਨਾਲ ਦਿੱਤਾ। ਤੇ ਯਿਸੂ ਨੇ ਜਵਾਬ ਜਿਹਨੂੰ ਆਖਿਆ ਕਿ ਜੋ ਕੋਈ ਇਸ ਪਾਣੀ ਚੋਂ ਪੀਂਦਾ ਹੈ ਉਹ ਫਿਰ ਪਿਆਸਾ ਹੋਏਗਾ। ਯਿਸੂ ਮਸੀਹ ਨੇ ਕਿਹਾ ਕਿ ਜਿੰਨੀ ਵਾਰੀ ਖੂਹ ਚ ਤੁਸੀਂ ਪਾਣੀ ਕੱਢੋ, ਜਿੰਨੀ ਵਾਰੀ ਕੱਢੋ ਤੁਹਾਨੂੰ ਪਿਆਸ ਲੱਗੇਗੀ, ਕਿਉਂਕਿ ਇਨਸਾਨ ਹੈ ਜਿਸ ਨੂੰ ਜ਼ਰੂਰਤ ਹੁੰਦੀ ਹੈ ਪਾਣੀ ਦੀ। ਇਸ ਲਈ ਯਿਸੂ ਮਸੀਹ ਨੇ ਕਿਹਾ ਕਿ ਮੈਂ ਪਿਆਸਾ ਵਾਂ। ਤੇ ਯਿਸੂ ਮਸੀਹ ਨੇ ਇੱਥੇ ਸਾਬਤ ਕੀਤਾ ਕਿ ਜਿੰਨੀ ਵਾਰੀ ਤੁਸੀਂ ਉੱਥੋਂ ਪਾਣੀ ਕੱਢੋਗੇ ਤੁਹਾਨੂੰ ਪਿਆਸ ਲੱਗੇਗੀ। ਲੇਕਿਨ ਅੱਗੇ ਯਿਸੂ ਮਸੀਹ ਨੇ ਆਖਿਆ ਕਿ ਜੋ ਕੋਈ ਉਸ ਪਾਣੀ ਦੇ ਵਿੱਚੋਂ ਪੀਏਗਾ, ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਸ ਪਾਣੀ ਚੋਂ ਪੀਏਗਾ ਜੋ ਮੈਂ ਉਹਨੂੰ ਦਵਾਂਗਾ ਉਹ ਅਬ ਤੱਕ ਕਦੀ ਪਿਆਸਾ ਨਾ ਹੋਏਗਾ, ਬਲਕਿ ਜੋ ਪਾਣੀ ਉਹਨੂੰ ਮੈਂ ਦਵਾਂਗਾ
ਉਹਦੇ ਵਿੱਚ ਇੱਕ ਚਸ਼ਮਾ ਬਣ ਜਾਏਗਾ ਜਿਹੜਾ ਹਮੇਸ਼ਾ ਦੀ ਜ਼ਿੰਦਗੀ ਲਈ ਜਾਰੀ ਰਹੇਗਾ। ਹਾਲੇਲੂਇਆ, ਹਾਲੇਲੂਇਆ। ਇਹ ਗੱਲ ਜੇ ਸਾਰੀ ਜਿਹੜੀ ਯਿਸੂ ਮਸੀਹ ਸਮਝਾਉਣਾ ਚਾਹੁੰਦੇ ਸਨ। ਤੁਸੀਂ ਜਦੋਂ ਕਲਾਮੇ ਮੁਕੱਦਸ ਨੂੰ ਵਜ਼ਾਹਤ ਦੇ ਨਾਲ ਬਿਆਨ ਕਰੋਗੇ, ਡਿਟੇਲ ਦੇ ਨਾਲ ਇਹਦੀ ਤਾਲੀਮ ਨੂੰ ਸਿੱਖੋਗੇ, ਸੁਣੋਗੇ, ਤੇ ਫਿਰ ਹੋਰ ਵੀ ਬੜੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਦੇ ਵਿੱਚੋਂ ਸਾਨੂੰ ਮਿਲ ਸਕਦੀਆਂ ਨੇ। ਲੇਕਿਨ ਇਸ ਕਲੀਲ ਜਿਹੇ ਵਕਤ ਦੇ ਵਿੱਚ ਇੰਨੀਆਂ ਗੱਲਾਂ ਕਰਨਾ ਮੈਂ ਸਮਝਣਾ ਕਿ ਮੇਰੇ ਲਈ ਬੜਾ ਮੁਸ਼ਕਲ ਹੈ ਕਿ ਇਹਨੇ ਥੋੜੇ ਵਕਤ ਦੇ ਵਿੱਚ ਮੈਂ ਇੰਨੀਆਂ ਗੱਲਾਂ ਬਿਆਨ ਕਰਾਂ। ਲੇਕਿਨ ਕਲਾਮੇ ਮੁਕੱਦਸ ਦੇ ਵਿੱਚੋਂ ਸਾਨੂੰ ਇਹ ਗੱਲ ਨਜ਼ਰ ਆਉਂਦੀ ਹੈ ਕਿ ਯਿਸੂ ਮਸੀਹ ਦਾ ਚੁੱਕੇ ਖੂਨ ਜਿਹੜਾ ਸੀ ਨਿਕਲ ਰਿਹਾ ਸੀ ਔਰ ਖੂਨ ਦੇ ਨਾਲ ਜਿਸਮ 'ਚ ਪਾਣੀ ਖਤਮ ਹੋਣ ਰਿਹਾ ਸੀ, ਤੇ ਉਹਦੇ ਵਿੱਚ ਇਹ ਸੀ ਕਿ ਯਿਸੂ ਮਸੀਹ ਨੂੰ ਪਿਆਸ ਲੱਗੀ। ਯਿਸੂ ਮਸੀਹ ਦਾ ਦਰਦ ਤਕਲੀਫ ਵੀ ਜ਼ਿਆਦਾ ਸੀ, ਤੇ ਜਦੋਂ ਵੀ ਕਿਤੇ ਦਰਦ ਤਕਲੀਫ ਹੋਵੇ ਨਾ ਤੇ ਤਾਲੂ ਜਿਹੜਾ ਹੈ ਨਾ ਉਹ ਖੁਸ਼ਕ ਹੋ ਜਾਂਦਾ ਹੈ, ਜ਼ੁਬਾਨ ਵੀ ਬਿਲਕੁਲ ਖੁਸ਼ਕ ਹੋ ਜਾਂਦੀ ਹੈ। ਤੇ ਯਿਸੂ ਮਸੀਹ ਦੀ ਇਹ ਹਾਲਤ ਸੀ ਕਿ ਯਿਸੂ ਮਸੀਹ ਉਸ ਹਾਲਤ ਦੇ ਵਿੱਚ ਵੀ ਚਾਹੁੰਦੇ ਸਨ ਕਿ ਮੈਨੂੰ ਕੋਈ ਪਾਣੀ ਦੇਵੇ ਤੇ ਮੈਂ ਪੀਆਂ। ਲੇਕਿਨ ਅਸੀਂ ਇੱਥੇ ਸਮਝਦੇ ਹਾਂ ਕਿ ਸਾਨੂੰ ਯਿਸੂ ਮਸੀਹ ਨੂੰ ਵੇਖਣ ਦੀ ਜ਼ਰੂਰਤ ਹੈ ਕਿ ਯਿਸੂ ਮਸੀਹ ਨੇ ਸਾਡੀ ਖਾਤਰ ਇਹ ਸਾਰਾ ਕੁਝ ਸਹਿ ਵੇ। ਮੈਂ ਇੱਕ ਹੋਰ ਹਵਾਲਾ ਤੁਹਾਡੇ ਨਾਲ ਚਾਹੁੰਦਾ ਵਾਂ ਕਿ ਸ਼ੇਅਰ ਕੀਤਾ ਜਾਵੇ। ਅਸੀਂ ਪੜਾਂਗੇ ਜ਼ਬੂਰ ਜਿਹੜਾ ਵੇ 42, ਇਹਦੇ ਵਿੱਚ ਅਸੀਂ ਕਲਾਮੇ ਮੁਕੱਦਸ 'ਚ ਵੇਖਾਂਗੇ। ਇਹਦੇ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਹਰਨੀ ਪਾਣੀ ਦੇ ਨਾਲਿਆਂ ਨੂੰ ਤਰਸਦੀ ਹੈ, ਇਸੇ ਤਰ੍ਹਾਂ ਸਾਨੂੰ ਕਹਿਣ ਦੀ ਜ਼ਰੂਰਤ ਹੈ ਕਿ ਐ ਮੇਰੇ ਖੁਦਾ ਮੇਰੀ ਰੂਹ ਤੇਰੇ ਲਈ ਤਰਸਦੀ ਹੈ। ਹਰਨੀ ਤੁਸੀਂ ਜਾਣਦੇ ਜੇ ਜੰਗਲ ਦਾ ਜਾਨਵਰ ਹੈ, ਜਦੋਂ ਉਹ ਪੂਰੇ ਜੰਗਲ 'ਚ ਫਿਰੇਗੀ ਟੁਰੇਗੀ ਤੇ ਜੇ ਉਹਨੂੰ ਪਾਣੀ ਨਹੀਂ ਮਿਲੇਗਾ ਤੇ ਉਹਦੀ ਵੀ ਹਾਲਤ ਇਹੋ ਜਿਹੀ ਹੋਏਗੀ। ਉਹ ਕੋਸ਼ਿਸ਼ ਕਰੇਗੀ ਕਿ ਕੋਈ ਨਾ ਕੋਈ ਨਦੀ ਮਿਲੇ, ਕੋਈ ਨਾ ਕੋਈ ਤਲਾਬ ਮਿਲੇ, ਕਿ ਪਾਣੀ ਮਿਲੇ। ਉਹ ਕਹਿੰਦਾ ਹੈ ਕਿ ਜੈਸੇ ਹਰਨੀ ਪਾਣੀ ਦੇ ਨਾਲਿਆਂ ਨੂੰ ਤਰਸਦੀ ਹੈ, ਵੈਸੇ ਐ ਖੁਦਾ ਮੇਰੀ ਰੂਹ ਤੇਰੇ ਲਈ ਤਰਸਦੀ ਹੈ। ਹੁਣ ਸਾਨੂੰ ਇਹ ਗੱਲ ਆਖਣ ਦੀ ਜ਼ਰੂਰਤ ਹੈ ਮਸੀਹੀ ਹੁੰਦਿਆਂ ਹੋਇਆਂ ਕਿ ਆ ਖੁਦਾ ਸਾਡੀ ਰੂਹ ਵੀ ਤੇਰੇ ਲਈ ਤਰਸਦੀ ਹੈ, ਸਾਡੀ ਰੂਹ ਵੀ ਤੇਰੇ ਲਈ ਪਿਆਸੀ ਹੈ। ਔਰ ਕਹਿੰਦਾ ਮੇਰੀ ਰੂਹ ਖੁਦਾ ਦੀ, ਜ਼ਿੰਦਾ ਖੁਦਾ ਦੀ ਪਿਆਸੀ ਹੈ। ਹਾਲੇਲੂਇਆ। ਪਰ ਕਹਿੰਦਾ ਮੈਂ ਕਦੋਂ ਜਾ ਕੇ ਖੁਦਾ ਦੇ ਹਜ਼ੂਰ ਹਾਜ਼ਰ ਹੋਵਾਂਗਾ। ਵੇਖੋ ਸਾਨੂੰ ਅੱਜ ਖੁਦਾ ਦੇ ਸਾਹਮਣੇ ਜਾਣ ਦੀ ਵੀ ਜ਼ਰੂਰਤ ਹੈ। ਸਾਨੂੰ ਵੀ ਆਖਣ ਦੀ ਜ਼ਰੂਰਤ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਖੁਦਾ ਦੇ ਕਲਾਮ ਦੀ ਪਿਆਸੀ ਹੈ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਕਲਾਮ ਹੋਏਗਾ, ਸਾਡੀ ਜ਼ਿੰਦਗੀ 'ਚ ਉਹਦੀ ਸ਼ੁਕਰਗੁਜ਼ਾਰੀ ਹੋਏਗੀ, ਸਾਡੀ ਜ਼ਿੰਦਗੀ ਵਿੱਚ ਉਹਦੀ ਬੰਦਗੀ ਹੋਏਗੀ, ਤੇ ਫਿਰ ਸਾਨੂੰ ਖੁਦਾ ਆਪਣੇ ਗਲੇ ਦੇ ਨਾਲ ਲਾਵੇਗਾ, ਖੁਦਾ ਸਾਨੂੰ ਬਰਕਤ ਦੇਵੇਗਾ, ਖੁਦਾ ਸਾਨੂੰ ਬਹਾਲ ਕਰੇਗਾ, ਤੇ ਖੁਦਾ ਸਾਨੂੰ ਆਪਣੇ ਕਲਾਮ ਦੇ ਵਿੱਚੋਂ ਹੋਰ ਜ਼ਿਆਦਾ ਸੇਰ ਤੇ ਅਸੂਦਾ ਕਰੇਗਾ। ਹਾਲੇਲੂਇਆ। ਇਸੇ ਲਈ ਯਿਸੂ ਮਸੀਹ ਨੇ ਜਦੋਂ ਪੱਤ ਮਿਲੀ ਮੈਂ ਦਿੱਤੀ ਗਈ, ਤੁਸੀਂ ਮੱਤੀ 27 ਦੀ 34 ਪੜ੍ਹੋਗੇ ਤਾਂ ਉਹਦੇ ਵਿੱਚ ਤੁਹਾਨੂੰ ਇਹਦਾ ਹਵਾਲਾ ਮਿਲੇਗਾ। ਕਿਉਂਕਿ ਜਿੰਨੇ ਵੀ ਉਹ ਦੌਰ ਦੇ ਵਿੱਚ ਮੁਜਰਮ ਸਨ, ਡਾਕੂ ਸਨ, ਕੈਦੀ ਸਨ, ਔਰ ਜਿੰਨੇ ਵੀ ਬਦਤਮੀਜ਼ ਲੋਕ ਸਨ ਜਿਹੜੇ ਗਲਤ ਕੰਮ ਕਰਦੇ ਸਨ, ਉਹਨਾਂ ਨੂੰ ਇਹ ਜਿਹੜੀ ਇਹ ਪੱਤ ਮਿਲੀ ਮੈਂ ਪਿਲਾਈ ਜਾਂਦੀ ਸੀ। ਔਰ ਉਹਨਾਂ ਨੂੰ ਪੱਤ ਮਿਲੀ ਮੈਂ ਇਸ ਲਈ ਪਿਲਾਈ ਜਾਂਦੀ ਸੀ ਤਾਂ ਕਿ ਉਹਨਾਂ ਨੂੰ ਜ਼ਿਆਦਾ ਦਰਦ ਹੋਵੇ, ਤਕਲੀਫ ਹੋਵੇ। ਇਸ ਲਈ ਯਿਸੂ ਮਸੀਹ ਨੂੰ ਜਦੋਂ ਪਿਆਸ ਲੱਗੀ ਨਾ, ਉਹਨਾਂ ਨੇ ਪੱਤ ਮਿਲੀ ਮੈਂ ਉਹਨਾਂ ਨੂੰ ਦਿੱਤੀ, ਤੇ ਉਹਨਾਂ ਨੇ ਚੱਕ ਕੇ ਫਿਰ ਪੀਣਾ ਨਾ ਚਾਹੀ। ਲਿਖਿਆ ਹੈ ਕਿਉਂਕਿ ਸਿਰਕਾ ਜਿਹੜਾ ਹੈ ਉਹ ਪੀਣ ਵਾਲੇ ਦੇ ਜਿਸਮ ਦੇ ਅੰਦਰ, ਮੈਂ ਤੁਹਾਨੂੰ ਦੱਸਿਆ ਕਿ ਜ਼ਖਮ ਕਰ ਦਿੰਦਾ ਹੈ, ਤਕਲੀਫ ਦਿੰਦਾ ਹੈ, ਔਰ ਜਿਸਮ ਦੇ ਵਿੱਚ ਹੋਰ ਜ਼ਿਆਦਾ ਦਰਦ ਜਿਹੜਾ ਹੈ ਵੱਧ ਜਾਂਦਾ ਹੈ। ਯਿਸੂ ਮਸੀਹ ਦੀ ਜਿਹੜੀ ਪਿਆਸ ਹੈ ਨਾ, ਉਹ ਸਾਨੂੰ ਸਮਝਣ ਦੀ ਜ਼ਰੂਰਤ ਹੈ। ਅਗਰ ਯਿਸੂ ਮਸੀਹ ਸਲੀਬ ਤੇ ਨਾ ਹੁੰਦੇ, ਯਿਸੂ ਮਸੀਹ ਅਗਰ ਇਹ ਕਫਾਰਾ ਨਾ ਦਿੰਦੇ, ਤੇ ਫਿਰ ਤੁਸੀਂ ਹਿਸਾਬ ਲਾਓ ਕਿ ਪੁਰਾਣੇ ਅਹਿਦਨਾਮੇ 'ਚ ਇੱਕ ਇਨਸਾਨ ਦੇ ਉੱਤੇ ਕੀ ਬੀਤਦਾ, ਇਨਸਾਨ ਕਿਸ ਤਰ੍ਹਾਂ ਜ਼ਿੰਦਾ ਰਹਿੰਦਾ। ਖੁਦਾ ਇਨਸਾਨ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਹੈ, ਖੁਦਾ ਇਨਸਾਨ ਨੂੰ ਅਬਦੀ ਨਿਜਾਤ ਦੇਣਾ ਚਾਹੁੰਦਾ ਹੈ, ਖੁਦਾ ਇਨਸਾਨ ਨੂੰ ਉਹ ਹਮੇਸ਼ਾ ਦੀ ਜ਼ਿੰਦਗੀ, ਅਬਦੀ ਪਾਣੀ, ਅਬਦੀ ਹਯਾਤ, ਹਰ ਚੀਜ਼ ਦੇਣਾ ਚਾਹੁੰਦਾ ਹੈ। ਔਰ ਉਦੋਂ ਹੋਏਗਾ ਜਦੋਂ ਸਲੀਬ ਦੇ ਉੱਤੇ ਯਿਸੂ ਮਸੀਹ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਲਿਖੀਆਂ ਸਨ ਪੂਰੀਆਂ ਕੀਤੀਆਂ, ਤੇ ਇੱਕ ਇਮਾਨਦਾਰ ਜਿਹੜਾ ਵੇ, ਇੱਕ ਬਲੀਵਰ ਜਿਹੜਾ ਹੈ ਯਿਸੂ ਮਸੀਹ ਤੇ ਈਮਾਨ ਲਿਆਂਦਾ ਹੈ, ਜਦੋਂ ਇਹਨਾਂ 7 ਸ਼ਬਦਾਂ ਨੂੰ ਸਮਝ ਲੇਗਾ, ਜਾਣ ਲੇਗਾ, ਤੇ ਫਿਰ ਉਹ ਯਿਸੂ ਮਸੀਹ ਦਾ ਬੇਟਾ ਤੇ ਯਿਸੂ ਮਸੀਹ ਦੀ ਬੇਟੀ ਬਣੇਗੀ। ਹਾਲੇਲੂਇਆ, ਹਾਲੇਲੂਇਆ। ਸਾਨੂੰ ਖੁਦਾ ਦਾ ਸ਼ੁਕਰ ਤੇ ਉਹਦੀ ਤਾਰੀਫ ਕਰਨ ਦੀ ਜ਼ਰੂਰਤ ਹੈ। ਜ਼ਬੂਰ ਅਸੀਂ 49 ਪੜ੍ਹਨੇ ਆ। 49 ਦੇ ਵਿੱਚ ਕਲਾਮੇ ਮੁਕੱਦਸ ਦੇ ਵਿੱਚ ਇੱਕ ਗੱਲ ਲਿਖੀ ਹੈ
ਤੁਸੀਂ ਸਾਰੇ ਜਾਣਦੇ ਹੋ ਉੱਥੇ ਜ਼ੂਫੇ ਦੀ ਗੱਲ ਕੀਤੀ ਗਈ ਹੈ ਕਿ ਲਿਖਿਆ ਕਿ ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਨੂੰ ਪਾਕ ਕਰ। ਸਾਨੂੰ ਵੀ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੱਲ ਕਹਿਣ ਦੀ ਜ਼ਰੂਰਤ ਹੈ ਕਿ ਖੁਦਾ ਜਿੱਥੇ ਕਿਤੇ ਸਾਡੀ ਕਮੀ ਹੈ, ਕਮਜ਼ੋਰੀ ਹੈ, ਤੇ ਸਾਨੂੰ ਵੀ ਧੋ ਤੇ ਸਾਨੂੰ ਵੀ ਪਾਕ ਤੇ ਸਾਨੂੰ ਵੀ ਸਾਫ਼ ਕਰ। ਜਦੋਂ ਅਸੀਂ ਜ਼ੂਫੇ ਦੀ ਗੱਲ ਕਰਨੇ ਆ ਤਾਂ ਮੈਂ ਥੋੜਾ ਜਿਹਾ ਇਹਦੇ ਬਾਰੇ ਦੱਸਣਾ ਚਾਹੁੰਦਾ ਵਾਂ ਕਿ ਜ਼ੂਫਾ ਜਿਹੜਾ ਹੁੰਦਾ ਇੱਕ ਪੌਦੇ ਦੀ ਤਰ੍ਹਾਂ ਇੱਕ ਸ਼ਾਖ ਹੁੰਦੀ ਹੈ ਜਿਹਨੂੰ ਅੰਗਰੇਜ਼ੀ 'ਚ ਹੈਪੀਐਸਟ ਪਲਾਂਟਸ ਕਿਹਾ ਜਾਂਦਾ ਵੇ। ਔਰ ਇਹ ਤੁਸੀਂ ਇਹਦਾ ਹਵਾਲਾ ਜਿਹੜਾ ਨਾ ਖਰੂਜ ਦੀ ਕਿਤਾਬ ਐਕਸੋਡਸ, ਬੁੱਕ ਆਫ ਐਕਸੋਡਸ 12ਵਾਂ ਬਾਬ, ਤੇ ਉਹਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਕਿ ਜਿੰਨੇ ਵੀ ਉੱਥੇ ਇਸਰਾਇਲੀ ਸਨ ਉਹਨਾਂ ਨੂੰ ਮਾਰਨ ਵਾਸਤੇ ਖੁਦਾ ਨੇ ਜਿਹੜਾ ਮਨਸੂਬਾ ਬਣਾਇਆ ਸੀ। ਔਰ ਉਹ ਫਸਾ ਦਾ ਬਰਾ ਜਦੋਂ ਜ਼ਬਾ ਕੀਤਾ ਜਾਂਦਾ ਸੀ ਤੇ ਉਹ ਬਰੇ ਨੂੰ ਜ਼ਬਾ ਕਰਨ ਤੋਂ ਬਾਅਦ ਉਹ ਖੂਨ ਜਿਹੜਾ ਸੀ ਉਹ ਚੌਕਟਾਂ ਤੇ ਲਗਾਇਆ ਜਾਂਦਾ ਸੀ। ਸਭ ਤੋਂ ਉੱਤੇ ਚੌਕਟ ਤੇ ਲਗਾਇਆ ਜਾਂਦਾ ਸੀ, ਫਿਰ ਦਾएं ਲਗਾਇਆ ਜਾਂਦਾ ਸੀ ਤੇ ਫਿਰ ਬਾएं ਲਗਾਇਆ ਜਾਂਦਾ ਸੀ। ਔਰ ਜਿਹੜਾ ਖੂਨ ਲਗਾਇਆ ਜਾਂਦਾ ਸੀ ਉਹ ਜ਼ੂਫੇ ਦੀ ਸ਼ਾਖ ਦੇ ਨਾਲ ਲਾਇਆ ਜਾਂਦਾ ਸੀ, ਉਹਦੇ ਜ਼ਰੀਏ ਲਾਇਆ ਗਿਆ ਸੀ। ਔਰ ਉੱਥੇ ਤੁਸੀਂ ਵੇਖੋ ਕਿ ਇਹ ਜਿਹੜੀ ਗੱਲ ਹੈ ਜਿਹੜੀ ਮੈਂ ਅੱਗੇ ਹਵਾਲਾ ਤੁਹਾਨੂੰ ਪੜ੍ਹਿਆ ਨਾ ਕਿ ਜ਼ੂਫੇ ਨਾਲ ਸਾਫ਼ ਕਰ, ਤੇ ਜ਼ੂਫੇ ਜਿਹੜਾ ਇਹ ਇਨਸਾਨ ਨੂੰ ਠੀਕ ਹੈ ਇਹ ਸਮਝਾਉਂਦਾ ਵੇ, ਸਾਨੂੰ ਇਹ ਦੱਸਦਾ ਵੇ ਕਿ ਖੁਦਾ ਜਿਹੜਾ ਮੁਖਤਲਿਫ ਤਰੀਕਿਆਂ ਦੇ ਇਨਸਾਨ ਨੂੰ ਸਾਫ਼ ਕਰਨਾ ਚਾਹੁੰਦਾ ਹੈ, ਧੋਣਾ ਚਾਹੁੰਦਾ ਹੈ, ਪਾਕ ਕਰਨਾ ਚਾਹੁੰਦਾ ਹੈ, ਤੇ ਯਿਸੂ ਮਸੀਹ ਦੇ ਬਹਾਏ ਹੋਏ ਖੂਨ ਦੇ ਵਸੀਲੇ ਦੇ ਨਾਲ ਨਸਲੇ ਇਨਸਾਨੀ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣਾ ਚਾਹੁੰਦਾ ਹੈ। ਇਹ ਸਾਡੇ ਵਾਸਤੇ ਇੱਕ ਪੈਗਾਮ ਹੈ। ਔਰ ਜ਼ਬੂਰ 51 ਦੇ ਵਿੱਚ ਲਿਖਿਆ ਹੈ, ਉਹ ਕਹਿੰਦਾ ਕਿ ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਫਿਰ ਪਾਕ ਹੋਵਾਂਗਾ। ਉਸ ਤੋਂ ਬਗੈਰ ਗੱਲ ਨਹੀਂ ਬਣਦੀ। ਉਹ ਕਹਿੰਦਾ ਮੈਨੂੰ ਧੋ ਤੇ ਬਰਫ਼ ਮੰਗੋ, ਮੈਨੂੰ ਜ਼ਿਆਦਾ ਸਫੇਦ ਕਰ ਦੇ। ਇਹ ਸਾਡੀ ਡਿਜ਼ਾਇਰ ਹੋਣੀ ਚਾਹੀਦੀ ਹੈ। ਕਲਾਮ ਦੇ ਮੁਤਾਬਕ ਸਾਨੂੰ ਵੀ ਆਖਣ ਦੀ ਚਾਹੀਦੀ ਹੈ ਜ਼ਰੂਰਤ ਕਿ ਖੁਦਾਵੰਦ ਤੂੰ ਆਪਣੇ ਕਲਾਮ ਦੇ ਮੁਤਾਬਕ ਸਾਨੂੰ ਇਸ ਤਰ੍ਹਾਂ ਸਾਫ਼ ਕਰ, ਧੋ ਤੇ ਪਾਕ ਕਰ। ਤੇ ਜ਼ੂਫੇ ਦੇ ਨਾਲ ਜਿੰਨੇ ਵੀ ਕਾਹਿਨ ਸਨ, ਜਿੰਨੇ ਵੀ ਤਬੀਬ ਸਨ, ਡਾਕਟਰ ਸਨ, ਉਹ ਜਿਹੜੇ ਸਨ ਉਹ ਲੋਕਾਂ ਨੂੰ ਚੈੱਕ ਕਰਦੇ ਸਨ। ਉਹਨਾਂ ਦੇ ਉੱਤੇ ਪ੍ਰੈਕਟੀਕਲ ਕੀਤਾ ਜਾਂਦਾ ਸੀ। ਇਹ ਪ੍ਰੈਕਟੀਕਲ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਦੀ ਸਲੀਬ ਦੇ ਉੱਤੇ ਵੀ ਹੋਇਆ ਨਜ਼ਰ ਆਇਆ ਵੇ ਕਿ ਉਹਨਾਂ ਨੇ ਜ਼ੂਫੇ ਦੀ ਸ਼ਾਖ ਦੇ ਨਾਲ ਉਸ ਪੈਂਚ ਦੇ ਨਾਲ ਉਹਨੂੰ ਭਿਓ ਕੇ ਤੇ ਯਿਸੂ ਮਸੀਹ ਨੂੰ ਚਿਸਾਇਆ। ਤੇ ਯਿਸੂ ਮਸੀਹ ਨੇ ਜਦੋਂ ਉਹ ਪੱਤ ਮੇਰੀ ਪੈ ਮੈਂ ਜਿਹੜੀ ਹੈ ਉਹਨੂੰ ਨਾ ਪੀਤਾ, ਤੇ ਫਿਰ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਅਗਰ ਆਪਣੇ ਬਾਪ ਦੀ ਫਰਮਾਬਰਦਾਰੀ ਕਰਦਾ ਵੇ, ਆਪਣੇ ਬਾਪ ਦੇ ਨਾਲ ਚੱਲਦਾ ਵੇ, ਖੁਦਾ ਦੇ ਮਨਸੂਬੇ ਦੇ ਮੁਤਾਬਕ ਇਹ ਸਭ ਕੁਝ ਹੋਣ ਡਿਆ ਵੇ, ਤੇ ਇੱਕ ਇਨਸਾਨ ਵਾਸਤੇ ਵੀ ਜ਼ਰੂਰੀ ਹੈ ਕਿ ਉਹ ਸਲੀਬ ਦੀ ਉਸ ਵੈਲਿਊ ਨੂੰ ਜਾਣ ਸਕੇ, ਸਲੀਬ ਦੀਆਂ ਉਹਨਾਂ ਗੱਲਾਂ ਨੂੰ ਜਾਣਦੇ ਹੋਇਆਂ, ਸਮਝਦੇ ਹੋਇਆਂ ਆਪਣੀ ਜ਼ਿੰਦਗੀ 'ਚ ਯਿਸੂ ਮਸੀਹ ਨੂੰ ਕਬੂਲ ਕਰੇ ਔਰ ਕਵੇ ਕਿ ਯਿਸੂ ਮਸੀਹ ਵਾਕਿਆ ਹੀ ਮੇਰਾ ਨਿਜਾਤ ਦਹਿੰਦਾ ਵੇ। ਇਹ ਪੰਜਵਾਂ ਕਲਮਾ ਕੋਈ ਨਾਰਮਲ ਕਲਮਾ ਨਹੀਂ ਹੈ। ਇਹਦੇ ਵਿੱਚ ਬੜੀਆਂ ਗਹਿਰਾਈਆਂ ਪਾਈਆਂ ਜਾਂਦੀਆਂ ਨੇ, ਬੜੀਆਂ ਗੱਲਾਂ ਪਾਈਆਂ ਜਾਂਦੀਆਂ ਨੇ ਕਿ ਅਗਰ ਅਸੀਂ ਇਹਨਾਂ ਨੂੰ ਸਿੱਖੀਏ, ਇਹਨਾਂ ਨੂੰ ਜਾਣੀਏ ਤੇ ਘੰਟੇ ਲੱਗ ਸਕਦੇ ਨੇ। ਲੇਕਿਨ ਸਾਨੂੰ ਇੱਕ ਚੀਜ਼ ਸਿੱਖਣ ਦੀ ਜ਼ਰੂਰਤ ਹੈ। ਯਿਸੂ ਮਸੀਹ ਨੇ ਜਦੋਂ ਆਖਿਆ ਕਿ ਮੇਰੇ ਕੋਲੋਂ ਮੰਗੋ ਤੇ ਮੈਂ ਤੁਹਾਨੂੰ ਜ਼ਿੰਦਗੀ ਦਾ ਪਾਣੀ ਦੇਵਾਂਗਾ, ਯੂਹੰਨਾ 4 ਦੀ 16 ਤੋਂ 15 ਤੱਕ ਤੁਸੀਂ ਜਦੋਂ ਇਹ ਪੜ੍ਹੋਗੇ ਤੇ ਤੁਹਾਨੂੰ ਇਹਦੇ ਵਿੱਚ ਸਮਝ ਆਏਗੀ ਕਿ ਇਹਦਾ ਅਸਲ ਮੁਕਾਸ਼ਵਾ ਕੀ ਹੈ। ਲੇਕਿਨ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ ਉਹਦਾ 21ਵਾਂ ਬਾਬ ਉਹਦੀ 6 ਆਇਤ 'ਚ ਲਿਖਿਆ ਹੈ, ਯਿਸੂ ਮਸੀਹ ਨੇ ਕਿਹਾ ਕਿ ਮੈਂ ਜਿਹੜਾ ਵੇ ਤੁਹਾਨੂੰ ਜਿਹੜਾ ਵੇ ਉਹ ਪਾਣੀ ਦਿਆਂਗਾ ਜਿਹੜਾ ਹਮੇਸ਼ਾ ਤੱਕ ਜਾਰੀ ਰਵੇ। ਕਲਾਮ 'ਚ ਲਿਖਿਆ ਕਿ ਮੈਂ ਪਿਆਸੇ ਨੂੰ ਆਬੇ ਹਯਾਤ ਦੇ ਚਸ਼ਮੇ ਤੋਂ ਪਿਲਾਉਣਾ। ਮੈਂ ਚਾਹਨਾ ਕਿ ਅਸੀਂ ਉਸ ਹਵਾਲੇ ਨੂੰ ਵੀ ਪੜ੍ਹ ਲਈਏ ਜ਼ਰਾ ਤਾਂ ਕਿ ਆਸਾਨੀ ਹੋ ਜੇ। ਜਿਹੜੇ ਇਸ ਟਾਈਮ ਸੁਣ ਰਹੇ ਨੇ ਹੋ ਸਕਦਾ ਕਿ ਉਹਨਾਂ ਨੇ ਕਲਾਮੇ ਮੁਕੱਦਸ ਨੂੰ ਨਾ ਖੋਲਿਆ ਹੋਵੇ, ਤਾਂ ਮੈਂ ਇਹਦੇ ਵਿੱਚੋਂ ਪੜ੍ਹ ਦੇਣਾ ਵਾ ਤਾਂ ਕਿ ਅਸੀਂ ਇਹਨੂੰ ਅੱਛੇ ਤਰੀਕੇ ਨਾਲ ਸਮਝ ਸਕੀਏ। ਕਲਾਮੇ ਮੁਕੱਦਸ ਦੇ ਵਿੱਚ ਲਿਖਿਆ ਹੈ, ਮੈਂ ਉਹਦੀ 5ਵੀਂ ਆਇਤ ਪੜ੍ਹਨਾ ਵਾ। ਲਿਖਿਆ ਹੈ ਕਿ ਜੋ ਤਖਤ ਤੇ ਬੈਠਿਆ ਹੋਇਆ ਹੈ ਉਸ ਨੇ ਕਿਹਾ ਕਿ ਵੇਖ ਮੈਂ ਸਭ ਚੀਜ਼ਾਂ ਨੂੰ ਨया ਬਣਾ ਦੇਣਾ। ਫਿਰ ਉਸ ਨੇ ਕਿਹਾ ਲਿਖ ਲੈ ਕਿਉਂਕਿ ਇਹ ਗੱਲਾਂ ਸੱਚੀਆਂ ਤੇ ਬਰਹਕ ਨੇ। ਹਾਲੇਲੂਇਆ। ਫਿਰ ਉਸਨੇ ਮੈਨੂੰ ਕਿਹਾ, ਯੂਹੰਨਾ ਕਹਿੰਦਾ ਮੈਨੂੰ ਕਿਹਾ ਕਿ ਇਹ ਗੱਲਾਂ ਜਿਹੜੀਆਂ ਨੇ ਇਹ ਪੂਰੀਆਂ ਹੋਣਗੀਆਂ ਕਿ ਮੈਂ ਅਲਫਾ ਤੇ ਓਮੇਗਾ ਯਾਨੀ ਇਬਤਦਾ ਤੇ ਇੰਤਹਾ, ਅਲਿਫ ਤੇ ਤਾਬ ਮੈਂ ਵਾਂ, ਇਬਤਦਾ ਇੰਤਹਾ ਮੈਂ ਵਾਂ। ਮੈਂ ਪਿਆਸੇ ਨੂੰ ਆਬੇ ਹਯਾਤ ਦੇ ਚਸ਼ਮੇ ਤੂੰ ਮੁਫਤ ਪਿਲਾਵਾਂਗਾ। ਇਹ ਵੇਖੋ ਇੱਕ ਇਮਾਨਦਾਰ ਵਾਸਤੇ ਗਿਫਟ ਹੈਗਾ ਵੇ। ਇਹ ਇਮਾਨਦਾਰ ਵਾਸਤੇ ਗਿਫਟ ਹੈਗਾ ਵੇ। ਅਗਰ ਅਸੀਂ ਬੀਂਗ ਇਮਾਨਦਾਰ ਹਾਂ
ਔਰ ਅਸੀਂ ਯਿਸੂ ਮਸੀਹ ਦੀ ਉਸ ਪਿਆਸ ਨੂੰ ਸਮਝ ਸਕਨੇ ਆ, ਜਾਣ ਸਕਨੇ ਆ, ਤੇ ਸਾਨੂੰ ਇਸ ਪਾਸੇ ਗੌਰ ਕਰਨ ਦੀ ਜ਼ਰੂਰਤ ਹੈ। ਇੱਥੇ ਦੋ ਤਿੰਨ ਗੱਲਾਂ ਬੜੀਆਂ ਖਾਸ ਕੀਤੀਆਂ ਗਈਆਂ ਨੇ। ਯਿਸੂ ਮਸੀਹ ਨੇ ਕਿਹਾ ਕਿ ਪਿਆਸਾ, ਜਿਹੜਾ ਪਿਆਸਾ ਹੁੰਦਾ ਹੈ, ਉਹਦੀ ਪਿਆਸ ਇੰਨੀ ਜ਼ਿਆਦਾ ਹੋ ਜਾਂਦੀ ਹੈ, ਕਸਰਤ ਦੇ ਨਾਲ ਜ਼ਿਆਦਾ ਹੋ ਜਾਂਦੀ ਹੈ ਕਿ ਉਹਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਮੈਂ ਕਿੱਥੇ ਵਾਂ। ਜਦੋਂ ਈਮਾਨ ਦੇ ਵਿੱਚ ਵੱਧ ਜਾਂਦਾ ਹੈ, ਕੁਵਤ ਦੇ ਵਿੱਚ ਵੱਧ ਜਾਂਦਾ ਹੈ, ਤੇ ਉਹਦੀ ਜ਼ਿੰਦਗੀ ਦੇ ਵਿੱਚ ਸ਼ਾਦਮਾਨੀ ਆ ਜਾਂਦੀ ਹੈ, ਤੇ ਉਹਦੀ ਜ਼ਿੰਦਗੀ 'ਚ ਅੰਦਰ ਜਦੋਂ ਕਸਰਤ ਵੱਧ ਜਾਂਦੀ ਹੈ ਕਲਾਮ ਦੀ, ਤੇ ਫਿਰ ਉਹ ਪਿਆਸਾ ਨਹੀਂ ਰਹਿੰਦਾ। ਜਦੋਂ ਆਬੇ ਹਯਾਤ ਦੀ ਗੱਲ ਆਉਂਦੀ ਹੈ ਤੇ ਇਹਦਾ ਮਤਲਬ ਹੈ ਕਿ ਜ਼ਿੰਦਗੀ ਭਰ ਜਿਹੜਾ ਵੇ ਉਹ ਉਸ ਜ਼ਿੰਦਗੀ ਦੇ ਭੇਦ ਨੂੰ ਜਾਣ ਸਕਦਾ ਹੈ, ਪੂਰੀ ਜ਼ਿੰਦਗੀ ਇੰਟਰਨਲ ਲਾਈਫ ਸਮਝ ਸਕਦਾ ਹੈ। ਤੇ ਜਿੱਥੇ ਚਸ਼ਮੇ ਦੀ ਗੱਲ ਆਈ ਹੈ, ਇਹਦਾ ਮਤਲਬ ਹੈ ਕਿ ਰੂਹ ਦੀ ਬਾਰਿਸ਼, ਕਲਾਮ ਦੀ ਬਾਰਿਸ਼ ਉਹਦੀ ਜ਼ਿੰਦਗੀ ਦੇ ਵਿੱਚ ਆ ਜਾਂਦੀ ਹੈ। ਤੇ ਯਿਸੂ ਮਸੀਹ ਨੇ ਕਿਹਾ ਕਿ ਫੇਅਰਲੀ ਮੈਂ ਫ੍ਰੀ ਤੁਹਾਨੂੰ ਦਿਆਂਗਾ, ਮੁਫਤ ਦਿਆਂਗਾ, ਤੇ ਮੁਫਤ ਇਹ ਤੁਹਾਨੂੰ ਪਿਲਾਵਾਂਗਾ। ਇਹ ਇੱਕ ਇਮਾਨਦਾਰ ਵਾਸਤੇ ਗਿਫਟ ਹੈ। ਇਹ ਸਲੀਬ ਦਾ ਪੈਗਾਮ ਜਿਹੜਾ ਵੇ ਹਲਾਕ ਹੋਣ ਵਾਲਿਆਂ ਵਾਸਤੇ ਤੇ ਬੇਵਕੂਫੀ ਹੈ, ਲੇਕਿਨ ਨਜਾਤ ਪਾਉਣ ਵਾਲਿਆਂ ਵਾਸਤੇ ਇਹ ਖੁਦਾ ਦੀ ਕੁਦਰਤ ਹੈ। ਇਹ ਪੰਜਵਾਂ ਕਲਮਾ ਸਾਨੂੰ ਇਹ ਦੱਸਦਾ ਵੇ ਕਿ ਯਿਸੂ ਮਸੀਹ ਜਿਸਮ ਰੱਖਦਿਆਂ ਹੋਇਆਂ ਉਹਨਾਂ ਨੂੰ ਭੁੱਖ ਵੀ ਲੱਗਦੀ ਸੀ ਤੇ ਪਿਆਸ ਵੀ ਲੱਗਦੀ ਸੀ। ਇਸ ਲਈ ਯਿਸੂ ਮਸੀਹ ਨੇ ਸਲੀਬ ਤੇ ਆਖਿਆ ਕਿ ਮੈਂ ਪਿਆਸਾ ਵਾਂ। ਮੇਰੇ ਅਜ਼ੀਜ਼ ਭੈਣਾਂ ਤੇ ਭਰਾਵੋ, ਅਗਰ ਤੁਸੀਂ ਵੀ ਪਿਆਸ ਰੱਖਦੇ ਹੋ, ਅਗਰ ਤੁਸੀਂ ਚਾਹੁੰਦੇ ਹੋ ਕਿ ਯਿਸੂ ਮਸੀਹ ਦੇ ਸਲੀਬੀ ਕਲਮੇ ਨੂੰ ਸਮਝ ਸਕੋ, ਜਾਣ ਸਕੋ, ਤੇ ਫਿਰ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਲਾਮ ਦੀ ਭੁੱਖ ਤੇ ਪਿਆਸ ਹੋਣੀ ਚਾਹੀਦੀ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਯਿਸੂ ਮਸੀਹ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਸਲੀਬ ਤੇ ਯਿਸੂ ਮਸੀਹ ਨੇ ਜਿਹੜੇ 7 ਕਲਮੇ ਕਹੇ, ਇੱਕ ਇਮਾਨਦਾਰ ਦੀ ਜ਼ਿੰਦਗੀ ਦੇ ਵਿੱਚ ਇਹ ਹੋਣਾ ਬਹੁਤ ਜ਼ਰੂਰੀ ਹੈ। ਖੁਦਾ ਤੁਹਾਨੂੰ ਇਸ ਪੰਜਵੇਂ ਕਲਮੇ ਦੇ ਵਸੀਲੇ ਨਾਲ ਖੁਦਾ ਬਹੁਤ ਬਰਕਤ ਦੇ। ਖੁਦਾ ਤੁਹਾਨੂੰ ਜ਼ਿੰਦਗੀ ਬਖਸ਼ੇ, ਤੰਦਰੁਸਤੀ ਬਖਸ਼ੇ, ਤੇ ਤੁਸੀਂ ਇਸੇ ਤਰ੍ਹਾਂ ਵੱਧਦੇ ਰਹੋ ਤੇ ਯਿਸੂ ਮਸੀਹ ਦੇ ਕਲਾਮ ਨੂੰ ਸੁਣਦੇ ਰਹੋ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ। ਗॉड ब्लेस यू ऑल।